ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਿਸਾਹੁ, ਸਿਰ ਸਾਹਾਂ ਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾਵੇ ਸਾਹੁ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਭੂਖ ਸਭ ਵਿਸਾਰਨਾ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ, ਕਾਰਨ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਮੋਰ ਸਾਰੇ। ਕਹੈ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਮੋਰ ਸਾਰੇ। ਕਹੈ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਰ ਅਪਾਰ ਬਖਸ਼ਿਸ਼ ਦਾ ਸਦਕਾ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨੇ ਅਸਥਾਨ ਗੁਰਦੁਆਰਾ ਸ੍ਰੀ ਬੀਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੇ ਘਰ ਦੀ ਮਰਿਆਦਾ ਅਨੁਸਾਰ 5 ਬਾਣੀਆਂ ਦਾ ਨਿਤਨੇਮ ਹੋਇਆ। ਸ੍ਰੀ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ। ਉਪਰੰਤ ਆਸਾ ਕੀ ਵਾਰ ਦਾ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਦੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਔਰ ਜਿਸ ਦੇ ਵਿੱਚ ਅਖੀਰ ਤੇ ਜਾ ਕੇ ਬਚਨ ਵੀ ਫਰਮਾਏ, ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਵੱਡੇ ਦੀਆਂ ਵਡਿਆਈਆਂ ਕਹਿਣ ਦੇ ਨਾਲ ਕਈਆਂ ਨਹੀਂ ਜਾ ਸਕਦੀਆਂ। ਵੱਡੇ ਦੀਆਂ ਪ੍ਰਭੂ ਦੀਆਂ ਵਡਿਆਈਆਂ ਵੱਡੀਆਂ ਹਨ। ਕੁਛ ਕੁ ਮਾਤਰ ਵੀ ਕਈਆਂ ਨਹੀਂ ਜਾ ਸਕਦੀਆਂ। ਸੋ ਕਰਤਾ ਕਾਦਰ ਕਰੀਮ, ਦੇ ਜੀਆਂ ਰਿਜ਼ਕ ਸੰਭਾਹੇ। ਉਹ ਪ੍ਰਭੂ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਸਾਰੀ ਰਚਨਾ ਨੂੰ ਪੈਦਾ ਕਰਨ ਵਾਲਾ, ਕੁਦਰਤ ਨੂੰ ਪੈਦਾ ਕਰਨ ਵਾਲਾ ਕਾਦਰ ਹੈ, ਕਿਰਪਾ ਕਰਨ ਵਾਲਾ ਹੈ, ਸਾਰਿਆਂ ਜੀਆਂ ਨੂੰ ਰਿਜ਼ਕ ਦੇ ਰਿਹਾ ਹੈ। ਸੋ ਕਰਤਾ ਕਾਦਰ ਕਰੀਮ, ਦੇ ਜੀਆਂ ਰਿਜ਼ਕ ਸੰਭਾਹੇ।
ਸਾਈ ਕਾਰ ਕਮਾਵਣੀ ਧੁਰ ਛੋਡੀ ਤਿਨੈ ਪਾਏ। ਜੋ ਧੁਰ ਤੋਂ ਹੀ ਪ੍ਰਭੂ ਨੇ ਪਾਈ ਹੋਈ ਹੈ ਕਾਰ, ਉਹੀ ਜੀਵਾਂ ਨੇ ਕਮਾਉਣੀ ਹੈ। ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ, ਸੋ ਕਰੇ ਜੇ ਤਿਸੈ ਰਜਾਏ। ਜਿੱਥੇ ਆਸਾ ਕੀ ਵਾਰ ਦਾ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ, ਲੜੀਵਾਰ ਰੂਪ ਦੇ ਵਿੱਚ ਅੰਮ੍ਰਿਤ ਬਾਣੀ ਦੀ ਕਥਾ ਦਾ ਸਮਾਂ ਹੈ। ਗਰੀਬ ਨਵਾਜ ਸਤਿਗੁਰੂ ਜੀ ਅੱਜ ਦਾ ਪਾਵਨ ਪਵਿੱਤਰ ਉਪਦੇਸ਼ 917 ਅੰਗ ਤੇ ਆਨੰਦ ਸਾਹਿਬ ਬਾਣੀ ਦੇ ਅੰਦਰ ਦੂਜੀ ਪੌੜੀ ਸਤਿਗੁਰੂ ਜੀ ਆਰੰਭ ਕਰ ਰਹੇ ਹਨ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਨੇ ਆਨੰਦ ਦੀ ਦਾਤ ਬਖਸ਼ਿਸ਼ ਕਰਨ ਵਾਸਤੇ ਇਹ ਆਨੰਦ ਸਾਹਿਬ ਦੀ ਦਾਤ ਮਹਾਰਾਜ ਸਾਹਿਬ ਜੀ ਨੇ ਬਖਸ਼ੀ ਹੈ, ਅੰਮ੍ਰਿਤ ਬਾਣੀ ਦੀ ਬਖਸ਼ਿਸ਼ ਕੀਤੀ ਹੈ। ਪਹਿਲੀ ਪੌੜੀ ਦੀ ਵਿਚਾਰ ਸਤਿਗੁਰੂ ਜੀ ਦੀ ਦਇਆ ਦ੍ਰਿਸ਼ਟੀ ਦੇ ਨਾਲ ਕੱਲ ਹੋਈ ਹੈ ਸਾਧ ਸੰਗਤ ਜੀ। ਦੂਜੀ ਪੌੜੀ ਆਰੰਭ ਹੋ ਰਹੀ ਹੈ ਆਨੰਦ ਸਾਹਿਬ ਦੀ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਜਿਵੇਂ ਮੀਂਹ ਪੈਂਦਾ ਹੈ ਤੇ ਮੀਂਹ ਦੀਆਂ ਕਣੀਆਂ ਨਹੀਂ ਕੋਈ ਗਿਣ ਸਕਦਾ, ਜਿਵੇਂ ਬਨਸਪਤੀ ਨਹੀਂ ਕੋਈ ਗਿਣ ਸਕਦਾ, ਜਿਵੇਂ ਰੋਮ ਨਹੀਂ ਕੋਈ ਗਿਣ ਸਕਦਾ, ਜਿਵੇਂ ਬਸੰਤ ਰੁੱਤ ਦੇ ਖਿੜੇ ਹੋਏ ਫੁੱਲ ਕੋਈ ਗਿਣ ਨਹੀਂ ਸਕਦਾ, ਜਿਵੇਂ ਸੂਰਜ ਦੀਆਂ ਕਿਰਨਾਂ ਨਹੀਂ ਗਿਣੀਆਂ ਜਾਂਦੀਆਂ, ਜਿਵੇਂ ਚੰਦਰਮਾ ਦੀਆਂ ਰਿਸ਼ਮਾਂ ਨਹੀਂ ਗਿਣੀਆਂ ਜਾਂਦੀਆਂ, ਜਿਵੇਂ ਸਮੁੰਦਰ ਦੀ ਡੂੰਘਾਈ ਨਹੀਂ ਮਾਪੀ ਜਾਂਦੀ, ਜਿਵੇਂ ਗੰਗਾ ਉੱਚੇ ਪਹਾੜਾਂ ਤੋਂ ਜਦੋਂ ਹੇਠਾਂ ਨੂੰ ਡਿੱਗਦੀ ਹੈ, ਵਗਦੀ ਹੈ, ਉਹਦੇ ਵਿੱਚ ਕਿੰਨੇ ਕੁ ਉਛਾਲੇ ਆਉਂਦੇ, ਕਿੰਨੀਆਂ ਕੁ ਲਹਿਰਾਂ ਬਣਦੀਆਂ, ਫਿਰ ਮਿਟ ਜਾਂਦੀਆਂ, ਫਿਰ ਬਣਦੀਆਂ। ਉਹਨਾਂ ਲਹਿਰਾਂ ਨੂੰ, ਗੰਗਾ ਦੀਆਂ ਲਹਿਰਾਂ ਨੂੰ ਕੋਈ ਗਿਣ ਨਹੀਂ ਸਕਦਾ, ਪਰ ਇਹਨਾਂ ਨੂੰ ਤੇ ਕੋਈ ਗਿਣ ਲਵੇ ਤੇ ਸ਼ਾਇਦ ਗਿਣ ਹੀ ਲਵੇ, ਭੱਟ ਸਾਹਿਬਾਨ ਕਹਿੰਦੇ। ਪਰ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪ ਜੀ ਦੇ ਗੁਣ ਨਹੀਂ ਕੋਈ ਗਿਣ ਸਕਦਾ। ਆਪ ਜੀ ਦੀ ਉਪਮਾ ਆਪ ਜੀ ਨੂੰ ਹੀ ਬਣ ਆਉਂਦੀ ਹੈ। ਧਨ ਹਰ ਬੂੰਦ ਵਸੋ ਅਰੂ ਮਾਵਲ, ਕੁਸਮ ਬਸੰਤ ਗਨੰਤ ਨਾ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗੇ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਪੁਨਹ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਤੇਰੀ ਉਪਮਾ ਤੋਹੇ ਬਣ ਆਵੈ, ਤੇਰੀ ਉਪਮਾ ਤੋਹੇ ਬਣ ਆਵੈ, ਤੇਰੀ ਉਪਮਾ ਤੋਹੇ ਬਣ ਆਵੈ, ਤੇਰੀ ਉਪਮਾ ਤੋਹੇ ਬਣ ਆਵੈ। ਭੱਲੇ ਅਮਰਦਾਸ ਗੁਣ ਤੇਰੇ, 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 ਭੱਲੇ ਤੇਰੀ ਉਪਮਾ ਤੋਹੇ ਬਣ ਆਵੈ, ਤੇਰੀ ਉਪਮਾ ਤੋਹੇ ਬਣ ਆਵੈ, ਤੇਰੀ ਉਪਮਾ ਤੋਹੇ ਬਣ ਆਵੈ, ਤੇਰੀ ਉਪਮਾ ਤੋਹੇ ਬਣ ਆਵੈ। ਭੱਲੇ ਬੰਸ ਵਿੱਚ ਪ੍ਰਗਟ ਹੋਣ ਵਾਲੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਆਪ ਜੀ ਦੇ ਗੁਣ ਨਹੀਂ ਕੋਈ ਬਿਆਨ ਕਰ ਸਕਦਾ।
ਆਪ ਜੀ ਦੀ ਉਪਮਾ ਆਪ ਜੀ ਨੂੰ ਹੀ ਬਾਣ ਆਉਂਦੀ ਹੈ। ਆਪ ਜੀ ਦੇ ਗੁਣ ਬੇਅੰਤ ਹਨ, ਅਨੰਤ ਹਨ। ਐਸੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਆਨੰਦ ਸਾਹਿਬ ਦੀ ਦੂਸਰੀ ਪੌੜੀ ਦੇ ਅੰਦਰ ਬਖਸ਼ਿਸ਼ ਕਰਦੇ ਹਨ। ਵਾਹਿਗੁਰੂ ਸਾਹਿਬ ਜੀ, ਇਹ ਮਨ ਮੇਰਿਆ ਸਦਾ ਰਹੋ ਹਰ ਨਾਲੇ। ਸਤਿਗੁਰੂ ਜੀ ਆਪਣੇ ਮਨ ਨੂੰ ਸੰਬੋਧਨ ਕਰਕੇ ਸਾਨੂੰ ਸਾਰੇ ਸੰਸਾਰੀ ਜੀਵਾਂ ਨੂੰ ਸਿੱਖਿਆ ਦਿੰਦੇ ਹਨ। ਜਿੱਥੇ ਗਰੀਬ ਨਵਾਜ ਆਪਣੇ ਮਨ ਨੂੰ ਇਹ ਗੱਲ ਕਹਿ ਰਹੇ ਆ, ਉੱਥੇ ਸਾਨੂੰ ਵੀ ਸਮਝਾ ਰਹੇ ਕਿ ਆਪਣੇ ਮਨ ਨੂੰ ਭਾਈ ਇਹ ਗੱਲ ਆਖੀਏ, ਇਹ ਮਨ ਮੇਰਿਆ, ਕਿ ਹੇ ਮੇਰਿਆ ਮਨਾ, ਤੂੰ ਸਦਾ ਰਹੋ ਹਰ ਨਾਲੇ, ਤੂੰ ਸਦਾ ਵਾਸਤੇ ਹਰੀ ਦੇ ਨਾਲ ਰਹਿਣਾ ਕਰ। ਜਿਹੜਾ ਹਰੀ ਪਰਮੇਸ਼ਵਰ ਵਾਹਿਗੁਰੂ ਤੇਰੇ ਨਾਲ ਵਸਦਾ ਹੈ, ਸਦਾ ਵਾਸਤੇ ਤੇਰੇ ਨਾਲ ਹੈ, ਤੇ ਤੂੰ ਉਸ ਨੂੰ ਛੱਡਿਆ ਹੋਇਆ, ਤੂੰ ਉਸ ਨੂੰ ਭੁਲਾਇਆ ਹੋਇਆ। ਉਹ ਵਾਹਿਗੁਰੂ ਪਰਮੇਸ਼ਰ ਤੇ ਸਦਾ ਵਾਸਤੇ ਨਾਲ ਹੈ। ਮੇਰਿਆ ਮਨਾ, ਤੂੰ ਸਦਾ ਵਾਸਤੇ ਹਰੀ ਦੇ ਨਾਲ ਰਹਿਣਾ ਕਰ। ਸਦਾ ਵਾਸਤੇ ਉਹ ਹਰੀ ਤੇਰੇ ਨਾਲ ਹੀ ਹੈ ਤੇ ਇੱਥੋਂ ਦੂਰ ਨਹੀਂ ਹੈ। ਗਰੀਬ ਨਵਾਜ ਨੇ ਫਰਮਾਇਆ ਨਾ ਸਾਧ ਸੰਗਤ ਜੀ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਸਾਰਿਆਂ ਸਰੀਰਾਂ ਵਿੱਚ ਵਾਹਿਗੁਰੂ ਦਾ ਵਾਸਾ ਹੈ, ਸਾਰਿਆਂ ਥਾਵਾਂ ਤੇ ਘਟਾਂ ਘਟਾਂ ਵਿੱਚ ਉਹ ਵਸ ਰਿਹਾ ਹੈ। ਜੋ ਹਰੀ ਨਾਲ ਹੀ ਵਸਦਾ ਹੈ, ਪਰ ਉਹ ਨਾਲ ਵਸਦੇ ਹੋਏ ਨੂੰ ਮਨ ਨੇ ਵਿਸਾਰਿਆ ਹੋਇਆ, ਭੁਲਾਇਆ ਹੋਇਆ। ਤੇ ਸਤਿਗੁਰੂ ਤੀਜੇ ਪਾਤਸ਼ਾਹ ਆਪਣੇ ਮਨ ਨੂੰ ਸੰਬੋਧਨ ਹੋ ਕੇ ਕਹਿੰਦੇ ਕਿ ਮੇਰਿਆ ਮਨਾ, ਤੂੰ ਸਦਾ ਵਾਸਤੇ ਹਰੀ ਦੇ ਨਾਲ ਰਹਿਣਾ ਕਰ। ਤੂੰ ਹਰੀ ਤੋਂ ਦੂਰ ਹੋਇਆ ਪਿਆ ਹੈ, ਤੂੰ ਹਰੀ ਨੂੰ ਭੁਲਾ ਕਰਕੇ ਉਹਦੇ ਤੋਂ ਦੂਰ ਹੋਇਆ ਹੈ। ਕਿਉਂਕਿ ਪਰਮੇਸ਼ਰ ਵਾਹਿਗੁਰੂ ਤੋਂ ਦੂਰ ਤਾਂ ਕੋਈ ਹੋ ਹੀ ਨਹੀਂ ਸਕਦਾ। ਦੂਰ ਹੋਣਾ ਹੀ ਹੈ ਜਿਹੜਾ ਉਸ ਨੂੰ ਵਿਸਾਰ ਦਿੱਤਾ, ਭੁਲਾ ਦਿੱਤਾ। ਉਹ ਵਸਦਾ ਸਾਰਿਆਂ ਥਾਵਾਂ ਤੇ ਹੈ, ਪਰ ਸਾਡੇ ਸੰਸਾਰੀ ਜੀਵਾਂ ਦੇ ਚੇਤੇ ਚੋਂ ਭੁੱਲਾ ਹੋਇਆ, ਗਵਾਚਾ ਨਹੀਂ ਹੋਇਆ ਹੈ। ਮਹਾਰਾਜ ਕਹਿੰਦੇ ਭੁੱਲਾ ਹੋਇਆ। ਜਿਹੜਾ ਸਾਰੇ ਥਾਵਾਂ ਤੇ ਮੌਜੂਦ ਹੈ, ਸਾਰੇ ਥਾਵਾਂ ਤੇ ਵਿਆਪਕ ਹੈ, ਉਹ ਗਵਾਚ ਤਾਂ ਸਕਦਾ ਹੀ ਨਹੀਂ ਹੈ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਉਹ ਇੱਕੋ ਹੀ ਪਰਮੇਸ਼ਰ ਅਨੇਕ ਭਾਂਤ ਹੋ ਕੇ ਸਾਰੇ ਥਾਵਾਂ ਤੇ ਪਸਰਿਆ ਹੋਇਆ ਹੈ, ਸਾਰਿਆਂ ਥਾਵਾਂ ਤੇ ਫੈਲਿਆ ਹੋਇਆ ਹੈ, ਸਾਰਿਆਂ ਥਾਵਾਂ ਤੇ ਵਿਆਪਕ ਹੈ। ਸਾਰੇ ਕਾਰਨਾਂ ਨੂੰ ਕਰਨ ਵਾਲਾ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਪੰਜਾਂ ਤੱਤਾਂ ਨੂੰ ਪੈਦਾ ਕਰਨ ਵਾਲਾ, ਪੰਜਾਂ ਤੱਤਾਂ ਤੋਂ ਸੰਸਾਰ ਦੀ ਉਤਪਤੀ ਕਰਨ ਵਾਲਾ, ਸੰਸਾਰ ਦੀ ਰਚਨਾ ਕਰਕੇ ਇਹਦੇ ਵਿੱਚ ਬੈਠਾ ਹੋਇਆ। ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਵਿੱਚ ਵਾਸ ਆਖਿਆ, ਬਾਹਰ ਨਹੀਂ ਹੈ ਉਹਦਾ ਵਾਸਾ। ਮਹਾਰਾਜ ਕਹਿੰਦੇ ਵੀ ਉਹ ਸਾਰੇ ਥਾਵਾਂ ਤੇ ਵਿਆਪਕ ਹੈ। ਉਹਨੂੰ ਜੰਗਲਾਂ ਦੇ ਵਿੱਚ ਭਾਲਣ ਤੇ ਤਾਂ ਜਾਈਏ ਜੇ ਉਹ ਇੱਥੇ ਨਾ ਹੋਵੇ। ਨਾਵੇਂ ਪਾਤਸ਼ਾਹ ਦੇ ਬੋਲ ਹਨ, ਕਾਹੇ ਰੇ ਬਨ ਖੋਜਣ ਜਾਈ। ਇਹ ਭਾਈ ਉਹਨੂੰ ਜੰਗਲਾਂ ਵਿੱਚ ਕਾਹਦੇ ਵਾਸਤੇ ਖੋਜਣ ਵਾਸਤੇ ਜਾਣਾ ਹੈ, ਕਾਹਦੇ ਵਾਸਤੇ ਲੱਭਣ ਵਾਸਤੇ ਜਾਣਾ ਹੈ? ਪਰਮੇਸ਼ਰ ਕੋਈ ਗਵਾਚਾ ਹੋਇਆ ਕਿ ਉਹਨੂੰ ਜੰਗਲਾਂ 'ਚੋਂ ਲੱਭਣ ਜਾਣਾ ਹੈ? ਸਤਿਗੁਰੂ ਕਹਿੰਦੇ ਉਹ ਗਵਾਚਾ ਨਹੀਂ ਹੈ, ਤੇਰੀ ਯਾਦ ਵਿੱਚੋਂ ਵਿਸਰਿਆ ਹੋਇਆ ਹੈ। ਹੋਰ ਸਾਰਾ ਕੁਝ ਚੇਤੇ ਆ ਤੈਨੂੰ ਮੇਰੇ ਮਨਾ,
पर जे भुलिया होया है ते परमात्मा भुलिया होया है, पदार्थ ते तैनूं भुलदा ही कदी नहीं है। कदी भुलिया पदार्थ, कदी भुलिया परिवार। परिवार सदा चेते है, पदार्थ सदा चेते है, संसार सदा चेते है। जे भुलिया होया है निरंकार भुलिया होया है, जे भुलिया होया है पदार्थ नहीं भुलिया, परमात्मा भुलिया होया। इस करके गुरमुखां ने ऐसा भी कथन किया है, कहते भी जिस नाल इहदा प्रेम होवे ना, जिस दे नाल जीव दी लगन लगी होवे ते ओनू इस चेते रखदा है। इस करके जे परमात्मा भुलिया, इहदा भाव यह है कि परमात्मा दे नाल इस मन का प्रेम ही नहीं है। परिवार दे नाल इहदा प्रेम लगा होया है, पदार्थ नाल इहदा प्रेम लगा होया है, ते पदार्थ इहनूं वार-वार चेते आउंदा है, परिवार इसनूं वार-वार चेते आउंदा है। ते गुरमुखां ने ऐसा कथन भी किया है कि कदी पदार्थ नूं चेते कराउण वास्ते कोई समागम तां नहीं रखिया जाता, कोई दीवान ते नहीं सजाया जाता भी परिवार नूं चेते कराउण वास्ते भी बंदे नूं परिवार चेते आ जावे, भी इंसान नूं पदार्थ चेते कराउण वास्ते कोई इस नूं कथा वार्ता ते नहीं सुनाई जाती कि तैनूं पदार्थ चेते आ जावे, परिवार चेते आ जावे। परिवार तो सुधे सिद्ध ही चेते है, पदार्थ तो अपने आप ही चेते है। इन्ना चेते है कि महाराज कहते खचती हो गया है, ज्यादा ही इहदे चित्त विच पदार्थ ते परिवार जिहड़ा है वो चेता ज्यादा ही मन दे विच आ गया है, जिसनों महाराज ने आख्या भी ये विच खचती हो गया, खोभी गया है परिवार दे विच कि इनू निरंकार विसरी गया है। रहना चाहिए सी पदार्थ चेते, पर इन्ना कि परमात्मा भी चेते रहिंदा। रहना चाहिए सी परिवार भी चेते भी जिसने दिता वो भी याद रहिंदा, पर महाराज कहंदे पलच पलच सगली मुई, झूठा धंधा मोह। ये मोह बन गया, झूठे धंधिया का मोह बन गया, ते खचत हो के विच खुब खुब के सारी सृष्टि मर रही है, जीवन समाप्त हो रहा है। परिवार चेते है, पदार्थ चेते है, माया चेते है, कदे भी विसरदी नहीं, सुते पिया भी सुपने वही लैंदा। सतगुरु कहंदे दम दम इन्ने नाम नूं संभालना सी, दम दम परमेश्वर नूं चेते करना सी, पर ये दम दम माया नूं ही चेते करदा है। माया मनहु ना विसरै, मांगै दम्मा दम, सो प्रभ चेतना आवई, नानक नहीं करम। ਇਹਦੇ कर्म ही ऐसे नहीं हैं, इस उत्ते क्रम बख्शिश ही नहीं है कि ये उस प्रभु नूं चेते करे, चेते नहीं रखता मन, विसरिया होया है। मारे कहंदे मना तेनू विसरना नहीं चाहिए, परमेश्वर भुलना नहीं चाहिए। सो क्यों विसरै जिन सब किश दिया, जिसने सारा कुछ दिता वो क्यों विसर गया। नावे पातशाह ने आख्या काहे रे बन खोजन जाई, उन्होंने जंगल विच क्यों खोजन जाना, भालन जाना। सर्ब निवासी सदा अलेपा तो ही संग समाई, वो सारे थावां ते वसन वाला ते सारियां तो नियारा रहन वाला, निर्लेप रहन वाला तेरे विच समाया होया। इस करके मना जिहड़ा तेरे विच समाया होया है, तू उहदे नाल रहना कर। ਉਹਦੇ ਨਾਲ ਕਿਵੇਂ ਰਵੇਗਾ, ਉਹਦੀ ਯਾਦ ਵਿੱਚ ਜੁੜ, ਉਹਨੂੰ ਚੇਤੇ ਕਰ, ਉਹਦਾ ਸਿਮਰਨ ਕਰ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਇਹ ਮੇਰੇ ਮਨਾ ਤੂੰ ਸਦਾ ਹਰੀ ਦੇ ਨਾਲ ਰਹਿ। ਜਿਹੜਾ ਹਰੀ ਹਰ ਇੱਕ ਥਾਂ ਤੇ ਵਸਣ ਵਾਲਾ ਹੈ,
ਤੇ ਤੇਰੇ ਵਿੱਚ ਵਸਿਆ ਹੋਇਆ। ਤੂੰ ਆਪਣੇ ਵਿੱਚ ਵਸੇ ਹੋਏ ਨੂੰ ਭੁਲਾਇਆ ਹੋਇਆ। ਕਿਵੇਂ ਵਸਿਆ ਹੋਇਆ ਹੈ? ਪੋਹ ਮੱਧ ਜਿਉ ਬਾਸ ਬਸਤ ਹੈ। ਜਿਵੇਂ ਫੁੱਲਾਂ ਦੇ ਵਿੱਚ ਸੁਗੰਧੀ ਵਸਦੀ ਹੈ, ਜਿਵੇਂ ਫੁੱਲਾਂ ਦੇ ਵਿੱਚ ਵਾਸ਼ਨਾ ਹੁੰਦੀ ਹੈ, ਸੁਗੰਧੀ ਹੁੰਦੀ ਹੈ, ਇਸ ਤਰ੍ਹਾਂ ਤੇਰੇ ਵਿੱਚ ਵਸਿਆ ਹੋਇਆ। ਮੁਕਰ ਮਾਹੇ ਜੈਸੇ ਸ਼ਾਈ, ਜਿਵੇਂ ਸੀਸੇ ਦੇ ਵਿੱਚ ਆਪਣਾ ਪਰਛਾਵਾਂ ਦਿਸਦਾ ਹੈ, ਪ੍ਰਤੀਬਿੰਬ ਦਿਸਦਾ ਹੈ, ਤੈਸੇ ਹੀ ਹਰ ਬਸੇ ਨਿਰੰਤਰ। ਇਸੇ ਤਰ੍ਹਾਂ ਇੱਕ ਰਸ ਬਿਨਾਂ ਕਿਸੇ ਫਰਕ ਤੋਂ, ਕਿਸੇ ਅੰਤਰੇ ਤੋਂ ਬਿਨਾਂ ਤੇਰੇ ਵਿੱਚ ਪ੍ਰਮਾਤਮਾ ਵਸਿਆ ਹੋਇਆ। ਜਿਵੇਂ ਫੁੱਲਾਂ 'ਚ ਸੁਗੰਧੀ, ਸੀਸੇ ਦੇ ਵਿੱਚ ਆਪਣਾ ਚਿਹਰਾ, ਤੈਸੇ ਹੀ ਹਰ ਬਸੇ ਨਿਰੰਤਰ। ਘਟ ਹੀ ਖੋਜਹੁ ਭਾਈ, ਇਹ ਭਰਾਓ ਆਪਣੇ ਹਿਰਦੇ ਵਿੱਚ ਹੀ ਖੋਜੋ। ਬਾਹਰ ਭੀਤਰ ਏਕੋ ਜਾਨੋ, ਇਹੋ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭ੍ਰਮ ਕੀ ਕਾਈ। ਜਿੰਨਾ ਚਿਰ ਆਪਣੇ ਸਰੂਪ ਨੂੰ ਨਹੀਂ ਚੀਣਦਾ, ਨਹੀਂ ਜਾਣਦਾ, ਉਹਨਾਂ ਚਿਰ ਭਰਮ ਦੀ ਕਾਈ, ਭਰਮ ਦਾ ਜਾਲਾ ਦੂਰ ਨਹੀਂ ਹੋਵੇਗਾ। ਗਰੀਬ ਨਵਾਜ ਸਾਹਿਬ ਕਹਿੰਦੇ, ਹੇ ਮੇਰੇ ਮਨਾ, ਜਿਹੜਾ ਹਰੀ ਤੇਰੇ ਨਾਲ ਹੀ ਵਸਦਾ ਹੋਇਆ, ਤੂੰ ਵੀ ਉਹਦੇ ਨਾਲ ਰਹਿਣਾ ਕਰ, ਉਹਦੀ ਯਾਦ ਵਿੱਚ ਜੁੜ, ਉਸ ਪ੍ਰਭੂ ਨੂੰ ਸਿਮਰਿਆ ਕਰ, ਚੇਤੇ ਕਰਿਆ ਕਰ। ਆਗੇ ਨਾਲ ਰਹੋ ਤੂੰ ਮਨ ਮੇਰੇ। ਫੇਰ ਮਹਾਰਾਜ ਕਹਿੰਦੇ ਹਨ ਦੁਬਾਰਾ, ਹਰੀ ਦੇ ਨਾਲ ਰਹਿਣਾ ਕਰ, ਤੂੰ ਮਨ ਮੇਰੇ। ਇਹ ਮੇਰੇ ਮਨਾ, ਤੂੰ ਮੰਨ ਕੇ ਇਸ ਗੱਲ ਨੂੰ, ਇਸ ਉਪਦੇਸ਼ ਦਾ ਮੰਨਣ ਕਰਕੇ ਤੇ ਹਰੀ ਦੇ ਨਾਲ ਰਹਿਣਾ ਕਰ। ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਇਹ ਭਜਨ ਕਿਹਾ। ਕਹਿੰਦੇ ਵੀ ਇਹ ਵੀ ਬੋਲੀ ਹੈ। ਜਿਵੇਂ ਪਹਿਲੀ ਪੰਕਤੀ ਵਿੱਚ ਮਨ ਆਇਆ ਹੈ ਟਿੱਪੀ ਤੋਂ ਬਿਨਾ ਪੋਲਾ, ਇਹ ਦੂਜੀ ਪੰਕਤੀ ਵਿੱਚ ਮੰਮੇ ਨੂੰ ਟਿੱਪੀ ਆ ਗਈ ਹੈ ਮਨ ਕੱਸ ਕੇ, ਪਰ ਕਹਿੰਦੇ ਮਨ ਦਾ ਵਾਚਕ ਹੀ ਹੈ। ਕਹਿੰਦੇ ਵੀ ਇਹ ਬੋਲੀ ਹੈ, ਮਨ ਵੀ ਕਿਹਾ ਜਾਂਦਾ ਹੈ ਤੇ ਮਨ ਵੀ ਕਿਹਾ ਜਾਂਦਾ ਹੈ, ਪਰ ਜਿੱਥੇ ਟਿੱਪੀ ਲੱਗੀ ਉੱਥੇ ਟਿੱਪੀ ਦੇ ਸਹਿਤ ਹੀ ਬੋਲਿਆ ਜਾਂਦਾ ਹੈ। ਜਿਵੇਂ ਇਹਦਾ ਉਚਾਰਨ ਕੀਤਾ ਗਿਆ ਹੈ ਇਸੇ ਤਰ੍ਹਾਂ ਹੀ, ਤੇ ਟਿੱਪੀ ਲੱਗ ਜਾਵੇ ਤੇ ਅਰਥ ਮੰਨਣਾ ਵੀ ਬਣ ਜਾਂਦਾ ਹੈ ਕਿ ਮੰਨਣ ਕਰ, ਇਸ ਗੱਲ ਨੂੰ ਮੰਨ ਤੂੰ। ਪਰ ਇਹ ਟਿੱਪੀ ਦੇ ਸਹਿਤ ਇਹ ਮਨ ਦਾ ਵਾਚਕ ਹੀ ਹੈ। ਇੱਕ ਮੇਰੇ ਮਨਾ, ਤੂੰ ਹਰੀ ਦੇ ਨਾਲ ਰਹਿਣਾ ਕਰ, ਪ੍ਰਭੂ ਦੀ ਹਜ਼ੂਰੀ ਦੇ ਵਿੱਚ ਰਹਿਣਾ ਕਰ। ਕਿਉਂਕਿ ਸਾਧ ਸੰਗਤ ਜੀ, ਜ਼ਿਆਦਾ ਜਿਹੜਾ ਉਪਦੇਸ਼ ਹੈ ਧੁਰਕੀ ਬਾਣੀ ਦਾ, ਉਹ ਮਨ ਦੇ ਪ੍ਰਥਾਏ ਹੈ, ਤੇ ਮਨ ਇਸ ਸਰੀਰ ਨੂੰ ਪ੍ਰੇਰਨਾ ਦੇਣ ਵਾਲਾ ਹੈ। ਮਨ ਦੇ ਵਿੱਚ ਹੀ, ਮਨ ਕੀ ਹੈ? ਫੁਰਨਿਆਂ ਨੂੰ ਹੀ ਮਨ ਆਖਿਆ ਜਾਂਦਾ। ਜਿਹੜੇ ਸਾਡੇ ਅੰਦਰ ਖਿਆਲ ਪੈਦਾ ਹੁੰਦੇ ਉਹੀ ਮਨ ਹੈ। ਚੰਗੇ ਮਾੜੇ ਖਿਆਲ, ਚੰਗੇ ਮਾੜੇ ਫੁਰਨੇ ਜਿਹੜੇ ਪੈਦਾ ਹੁੰਦੇ ਹਨ, ਜਿਸ ਨੂੰ ਗੁਰਮੁਖਾਂ ਨੇ ਆਖਿਆ ਹੈ ਸੰਕਲਪੋ ਵਿਕਲਪੋ ਹੀ ਮਨਾ। ਚੰਗੇ ਮਾੜੇ ਫੁਰਨਿਆਂ ਦਾ ਜਿਹੜਾ ਸਮੂਹ ਹੈ ਉਹਦਾ ਨਾਮ ਹੀ ਮਨ ਹੈ। ਤੇ ਸਾਡੇ ਅੰਦਰ ਫੁਰਨੇ ਚੱਲਦੇ ਹੀ ਰਹਿੰਦੇ ਹਨ, ਖਿਆਲ ਚੱਲਦੇ ਹੀ ਰਹਿੰਦੇ ਹਨ। ਕਿਤੇ ਬੈਠੇ ਹੋਈਏ, ਉਹ ਤਾਂ ਕੋਈ ਵਿਰਲੇ ਹੀ ਹੈ ਨਾ ਗੁਰਮੁਖ ਮਹਾਂਪੁਰਖ ਗੁਰੂ ਕੇ ਸਿੱਖ, ਕਿ ਜਿਨ੍ਹਾਂ ਦੇ ਫੁਰਨੇ ਸਮਾਪਤੀ ਹੋ ਗਏ, ਨਾਮ ਦਾ ਹੀ ਪ੍ਰਵਾਹ ਚੱਲਦਾ ਹੈ। ਨਹੀਂ ਤਾਂ ਭਾਵੇਂ ਬਾਣੀ ਪੜ੍ਹੇ ਬੰਦਾ, ਬਾਣੀ ਪੜ੍ਹਦਿਆਂ ਵੀ ਅੰਦਰ ਕੋਈ ਨਾ ਕੋਈ ਫੁਰਨਾ ਚੱਲਦਾ ਰਹਿੰਦਾ ਹੈ, ਕੋਈ ਨਾ ਕੋਈ ਖਿਆਲ ਚੱਲਦਾ ਰਹਿੰਦਾ, ਕਿ ਉਹ ਜਿਹੜਾ ਫੁਰਨਿਆਂ ਦਾ ਸਮੂਹ ਹੈ ਉਹ ਮਨ ਹੈ। ਤੇ ਮਨ ਇਹ ਗਿਆ ਜਰ ਰਹਿੰਦਾ ਜਾ ਰਿਹਾ। ਕਈ ਵਾਰੀ ਐਸਾ ਵੀ ਹੈ ਵੀ ਇਹ ਤਨ ਨੂੰ ਪ੍ਰੇਰ ਕੇ ਤੇ ਧਾਰਮਿਕ ਸਥਾਨ ਤੇ ਲੈ ਆਉਂਦਾ ਹੈ, ਤੇ ਤਨ ਨੂੰ ਇੱਥੇ ਛੱਡ ਕੇ ਆਪ ਫਿਰ ਭੱਜ ਜਾਂਦਾ ਹੈ। ਕਹਿੰਦਾ ਵੀ ਤੂੰ ਬੈਠ ਗੁਰੂ ਕੇ ਦਰਬਾਰ ਵਿੱਚ, ਮੈਂ ਤੇ ਚੱਲਿਆ ਬਾਹਰ। ਜਿਸ ਨੂੰ ਮਹਾਰਾਜ ਨੇ ਆਖਿਆ, ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਭਇਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ,
ਚਾਰੇ ਕੁੰਡਾਂ ਭਾਲੇ। ਇਹ ਲੋਭੀ ਮਨ ਇਹ ਟਿਕਦਾ ਹੀ ਨਹੀਂ ਹੈ। ਉਪਦੇਸ਼ ਸਾਰਾ ਮਨ ਨੂੰ ਟਿਕਾਉਣ ਵਾਸਤੇ ਹੈ, ਮਨ ਨੂੰ ਖਿਲਾਰਨ ਵਾਸਤੇ ਹੈ। ਤੇ ਗੁਰੂ ਸਾਹਿਬ ਜੀ ਨੇ ਇਹ ਵੀ ਬਚਨ ਕਿਹਾ ਕਿ ਮਨ ਨੂੰ ਜਿੱਤਣਾ ਹੀ ਜਗ ਨੂੰ ਜਿੱਤਣਾ ਹੈ। ਮਨ ਜੀਤਾ ਜਗ ਜੀਤ। ਮਨ ਨੂੰ ਜਿੱਤਣਾ ਕੀ ਹੈ? ਮਨ ਦੇ ਜਿਹੜੇ ਭੈੜੇ ਖਿਆਲ ਹੈ ਉਹਨਾਂ ਤੇ ਕਾਬੂ ਪਾਉਣਾ। ਮਨ ਬਾਹਰ ਨਿਕਲ ਕੇ ਜਾਂਦਾ, ਕਈ ਵਾਰੀ ਅੱਖਾਂ ਦੇ ਰਾਹੀਂ ਬਾਹਰ ਨਿਕਲ ਕੇ ਚਲੇ ਜਾਂਦਾ ਬਗਾਨਾ ਰੂਪ ਤੱਕਣ ਵਾਸਤੇ। ਜਾਂ ਦਰਬਾਰ ਵਿੱਚ ਬੈਠੇ ਹੋਇਆ ਹੀ ਸੱਜੇ ਖੱਬੇ ਕਿਸੇ ਨੇ ਕੋਈ ਬੋਲ ਉੱਚਾ ਬੋਲਿਆ ਤੇ ਉਧਰ ਨੂੰ ਚਲੇ ਜਾਂਦਾ ਹੈ ਮਨ। ਕੰਨਾਂ ਨੇ ਉਹ ਆਵਾਜ਼ ਸੁਣੀ ਤੇ ਅੱਖਾਂ ਰਾਹੀਂ ਨਿਕਲ ਕੇ ਮਨ ਉਧਰ ਨੂੰ ਵੇਖਣ ਚਲੇ ਜਾਂਦਾ। ਇਸੇ ਤਰੀਕੇ ਦੇ ਨਾਲ ਇਹ ਅੱਖਾਂ ਰਾਹੀਂ ਨਿਕਲ ਕਰਕੇ ਬਗਾਨਾ ਰੂਪ ਤੱਕਣ ਵਾਸਤੇ ਚਲੇ ਜਾਂਦਾ ਹੈ। ਕੰਨਾਂ ਰਾਹੀਂ ਨਿਕਲ ਕਰਕੇ ਝੂਠ ਨਿੰਦਿਆ ਚੁਗਲੀ ਸੁਣਨ ਵਾਸਤੇ ਵੀ ਚਲੇ ਜਾਂਦਾ ਹੈ ਕਈ ਵਾਰ। ਇਸੇ ਤਰ੍ਹਾਂ ਇਹ ਪ੍ਰੇਰਨਾ ਕਰਕੇ ਮਨ ਕੁਸੰਗਤ ਵਾਲੇ ਪਾਸੇ ਵੀ ਲੈ ਜਾਂਦਾ ਤੇ ਚੰਗਾ ਫੁਰਨਾ ਪੈਦਾ ਹੋਵੇ ਤੇ ਗੁਰੂ ਕੀ ਸੰਗਤ ਵਿੱਚ ਵੀ ਲੈ ਕੇ ਆਉਂਦਾ ਹੈ। ਤੇ ਪਰ ਸਤਿਗੁਰੂ ਜੀ ਕਹਿੰਦੇ ਵੀ ਇਹ ਵਸ ਵਿੱਚ ਤਾਂ ਆਉਂਦਾ ਜੇ ਗੁਰੂ ਸਾਹਿਬ ਜੀ ਦੀ ਪੂਰੀ ਕਿਰਪਾ ਹੋਵੇ। ਮਨ ਵਾਸੇ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ, ਤੇ ਨਹੀਂ ਤੇ ਉਲਟਾ ਹੋ ਜਾਂਦਾ ਹੈ। ਇਹ ਮਨ ਆਪ ਵਸ ਵਿੱਚ ਕਰ ਲੈਂਦਾ ਹੈ ਸਰੀਰ ਨੂੰ, ਤਨ ਨੂੰ, ਆਪਣੀ ਪ੍ਰੇਰਨਾ ਦੇ ਕਰਕੇ ਉਲਟ ਪਾਸੇ ਲੈ ਜਾਂਦਾ, ਪੁੱਠੇ ਪਾਸੇ ਲੈ ਜਾਂਦਾ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਆਖਿਆ ਵੀ ਮਾੜੀ ਸੰਗਤ ਤੋਂ ਬਚ ਕੇ ਰਹਿ ਤੇ ਚੰਗੀ ਸੰਗਤ ਕਰ, ਗੁਰੂ ਕੀ ਸੰਗਤ ਕਰ, ਗੁਰੂ ਕੇ ਸਿੱਖਾਂ ਦੀ ਸੰਗਤ ਕਰ। ਕਿਉਂਕਿ ਮਨ ਦਾ ਸੁਭਾਅ ਐਸਾ ਹੈ, ਇਹ ਤਾਂ ਪਾਣੀ ਵਰਗਾ, ਜਿਵੇਂ ਪਾਣੀ ਦਾ ਆਪਣਾ ਕੋਈ ਰੰਗ ਨਹੀਂ। ਪਾਣੀ ਦੇ ਵਿੱਚ ਜਿਹੜਾ ਰੰਗ ਪਾ ਦਿੱਤਾ ਜਾਵੇ ਪਾਣੀ ਉਸੇ ਰੰਗ ਨਾਲ ਹੀ ਮਿਲ ਜਾਂਦਾ। ਪਾਣੀ ਦਾ ਆਪਣਾ ਕਿਹੜਾ ਰੰਗ ਹੈ? ਪਾਣੀ 'ਚ ਦੁੱਧ ਪਾ ਦਿਓ ਤੇ ਪਾਣੀ ਦੁੱਧ ਦੇ ਰੰਗ ਵਾਲਾ ਬਣ ਜਾਂਦਾ। ਪਾਣੀ ਦੇ ਵਿੱਚ ਕੋਈ ਹਰਿਆ ਰੰਗ ਪਾ ਦਿਓ ਪਾਣੀ ਉਸ ਤਰ੍ਹਾਂ ਦਾ ਬਣ ਜਾਂਦਾ, ਲਾਲ ਰੰਗ ਪਾ ਦਿਓ ਉਸ ਤਰ੍ਹਾਂ ਦਾ, ਕਾਲਾ ਰੰਗ ਪਾ ਦਿਓ ਤੇ ਉਸੇ ਰੰਗ ਦਾ ਬਣ ਜਾਂਦਾ। ਮਨ ਦਾ ਆਪਣਾ ਰੰਗ ਹੀ ਕੋਈ ਨਹੀਂ। ਜਿਹੋ ਜੀ ਸੰਗਤ ਵਿੱਚ ਮਿਲਦਾ ਹੈ, ਧਾਰਮਿਕ ਸੰਗਤ ਵਿੱਚ ਮਿਲਦਾ ਰਵੇ ਤੇ ਧਰਮੀ ਬਣ ਜਾਂਦਾ, ਤੇ ਅਧਰਮੀ ਸੰਗਤ ਵਿੱਚ ਮਿਲੇ, ਕੁਕਰਮੀਆਂ ਦੀ ਸੰਗਤ ਵਿੱਚ ਮਿਲੇ, ਨਿਸ਼ਈਆਂ ਵਿਸ਼ਈਆਂ ਦੀ ਸੰਗਤ ਵਿੱਚ ਮਿਲੇ ਤੇ ਮਨ ਉਹੋ ਜਿਹਾ ਬਣ ਜਾਂਦਾ ਹੈ। ਭਗਤ ਕਬੀਰ ਸਾਹਿਬ ਨੇ ਮਨ ਨੂੰ ਪੰਛੀ ਵੀ ਆਖਿਆ। ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦੇ ਸਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਕਹਾਏ। ਸਭ ਤੋਂ ਤੇਜ ਮਨੁੱਖ ਦਾ ਮਨ ਮੰਨਿਆ ਹੈ, ਇਹਦੇ ਨਾਲੋਂ ਤੇਜ ਕੁਝ ਵੀ ਨਹੀਂ ਹੈ। ਹੁਣ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬਹੁਤ ਚੀਜ਼ਾਂ ਤੇਜ਼ ਮੰਨੀਆਂ ਗਈਆਂ ਹਨ ਵੀ ਆ ਬਿਜਲੀ ਬੜੀ ਤੇਜ਼ ਹੈ, ਲਾਈਟ ਬੜੀ ਤੇਜ਼ ਹੈ। ਇਸੇ ਤਰੀਕੇ ਨਾਲ ਸੂਰਜ ਦੀਆਂ ਕਿਰਨਾਂ ਤੇਜ਼ ਮੰਨੀਆਂ ਗਈਆਂ ਹਨ ਕਿ ਸੂਰਜ ਦੀਆਂ ਕਿਰਨਾਂ ਬੜੀ ਛੇਤੀ ਨਾਲ ਜਦੋਂ ਸੂਰਜ ਉਦੇ ਹੁੰਦਾ ਹੈ, ਚੜ੍ਹਦਾ ਹੈ ਤੇ ਧਰਤੀ ਤੇ ਆ ਕੇ ਪੈਂਦੀਆਂ। ਹਵਾ ਤੇਜ਼ ਮੰਨੀ ਹੈ, ਹੋਰ ਬਹੁਤ ਕੁਝ ਤੇਜ਼ ਮੰਨਿਆ, ਪਰ ਸਭ ਤੋਂ ਤੇਜ਼ ਆਖਿਆ ਮਨੁੱਖ ਦਾ ਮਨ ਹੈ। ਮਨ ਸਭ ਤੋਂ ਇਹਨਾਂ ਨਾਲੋਂ ਵੀ ਤੇਜ਼ ਹੈ। ਜਿੱਥੇ ਕਿਤੇ ਇੱਕ ਵਾਰੀ ਮਨੁੱਖ ਜਾ ਕੇ ਆਇਆ ਹੁੰਦਾ ਹੈ ਨਾ, ਦੇਸ਼ ਵਿਦੇਸ਼ ਦੇ ਵਿੱਚ ਹਜ਼ਾਰਾਂ ਕਿਲੋਮੀਟਰਾਂ ਦੀ ਦੂਰੀ ਤੇ ਬੈਠਾ ਬੈਠਾ ਇੱਕ ਛਿਣ ਦੇ ਵਿੱਚ ਉੱਥੇ ਜਾ ਕੇ ਵਾਪਸ ਮੋੜ ਆਉਂਦਾ। ਉੱਥੋਂ ਦਾ ਫੁਰਨਾ ਉੱਠ ਪੈਂਦਾ ਮਨ ਦੇ ਵਿੱਚ, ਉੱਥੋਂ ਦਾ ਖਿਆਲ ਪੈਦਾ ਹੋ ਜਾਂਦਾ। ਮਨ ਸਭ ਤੋਂ ਤੇਜ਼ ਹੈ, ਪਰ ਮਨ ਤੋਂ ਵੀ ਤੇਜ਼ ਗੁਰੂ ਦਾ ਸ਼ਬਦ ਹੈ, ਗੁਰੂ ਕੀ ਬਾਣੀ ਹੈ। ਜਿਹੜਾ ਤੇਜ਼ ਦੌੜਨ ਵਾਲਾ ਉਹਦੇ ਬਰਾਬਰ ਫਿਰ ਦੌੜ ਕੇ ਉਹਨੂੰ ਫੜਨਾ ਪਵੇਗਾ ਨਾ। ਇਸ ਕਰਕੇ ਮਨ ਨੂੰ ਕਾਬੂ ਕਰਨ ਵਾਲਾ ਗੁਰੂ ਦਾ ਸ਼ਬਦ ਹੈ। ਜਦੋਂ ਗੁਰੂ ਕੇ ਸ਼ਬਦ ਨੂੰ ਜਪੀਏ, ਗੁਰੂ ਕੇ ਸ਼ਬਦ ਦਾ ਅਭਿਆਸ ਕਰੀਏ ਤੇ ਇਹ ਹਵਾ ਨਾਲੋਂ ਵੀ ਤੇਜ਼ ਦੌੜਨ ਵਾਲਾ, ਸੂਰਜ ਦੀਆਂ ਕਿਰਨਾਂ ਨਾਲੋਂ ਵੀ ਤੇਜ਼ ਦੌੜਨ ਵਾਲਾ, ਆਕਾਸ਼ੀ ਬਿਜਲੀ ਨਾਲੋਂ ਵੀ ਤੇਜ਼ ਦੌੜਨ ਵਾਲਾ ਜਿਹੜਾ ਮਨ ਹੈ, ਇਹ ਫਿਰ ਗੁਰੂ ਕੇ ਸ਼ਬਦ ਨਾਲ ਹੀ ਕਾਬੂ ਆਉਂਦਾ ਹੈ। ਗੁਰੂ ਕੀ ਬਾਣੀ ਦੇ ਅਭਿਆਸ ਨਾਲ ਹੀ ਇਹ ਕਾਬੂ ਆਉਂਦਾ ਹੈ।
ਕਈਆਂ ਗੁਰਮੁਖਾਂ ਨੇ ਮਨ ਦਾ ਸੁਭਾਅ ਇਸ ਤਰ੍ਹਾਂ ਵੀ ਕਥਨ ਕੀਤਾ ਹੈ। ਚਲ ਤਲ ਪੱਤਰ ਪਟਾਕ ਪਟ ਦਾਮਨ ਕਸ਼ਪ ਮਾਥ, ਭੂਤ ਦੀਪ ਦੀਪਕ ਸਿਖਾ ਯਉ ਮਨ ਵਿਰਤ ਅਨਾਥ। ਅਨਾਥ ਕਵੀ ਜੀ ਹੋਏ ਹਨ, ਉਹਨਾਂ ਨੇ ਜ਼ਿਕਰ ਕੀਤਾ ਵੀ ਜਿਵੇਂ ਪਿੱਪਲ ਦਾ ਜਿਹੜਾ ਚੋਟੀ ਵਾਲਾ ਪੱਤਾ ਹੁੰਦਾ ਹੈ ਨਾ, ਨਿੱਕਾ ਜਿਹਾ ਹੌਲਾ ਜਿਹਾ, ਉਹ ਹਰ ਵੇਲੇ ਹਿਲਦਾ ਰਹਿੰਦਾ ਥੋੜੀ ਜਿਹੀ ਹਵਾ ਨਾਲ। ਪਿੱਪਲ ਦਾ ਪੱਤਾ ਹੌਲਾ ਹੁੰਦਾ ਤੇ ਸਭ ਤੋਂ ਚੋਟੀ ਵਾਲਾ ਜਿਹੜਾ ਹੈ ਪਤਲਾ ਜਿਹਾ ਹੌਲਾ ਜਿਹਾ, ਉਹ ਥੋੜੀ ਜਿਹੀ ਹਵਾ ਆਵੇ ਤਾਂ ਵੀ ਹਿਲਦਾ ਰਹਿੰਦਾ। ਮਨ ਦਾ ਸੁਭਾਅ ਇਸ ਤਰ੍ਹਾਂ, ਮਨ ਹਰ ਵੇਲੇ ਡਾਵਾਂਡੋਲ ਹੋਇਆ ਰਹਿੰਦਾ। ਚਲ ਤਲ ਪੱਤਰ ਪਿੱਪਲ ਦੇ ਪੱਤੇ ਦੀ ਤਰ੍ਹਾਂ, ਪਟਾਕ ਪੱਟ ਇਸੇ ਤਰ੍ਹਾਂ ਨਿਸ਼ਾਨ ਸਾਹਿਬ ਦੇ ਫਰਰੇ ਦੀ ਤਰ੍ਹਾਂ ਇਹ ਸਦਾ ਹਿਲਦਾ ਹੀ ਰਹਿੰਦਾ। ਦਾਮਨ ਆਕਾਸ਼ੀ ਬਿਜਲੀ ਦੀ ਤਰ੍ਹਾਂ ਇਹ ਸਦਾ ਇਧਰ ਉਧਰ ਦੌੜਦਾ ਰਹਿੰਦਾ ਹੈ। ਤੇ ਕਸ਼ਪ ਮਾਥ, ਕਸ਼ੂ ਦੀ ਸਿਰੀ ਜਿਹੜੀ ਹੈ ਨਾ, ਉਹ ਬੜੀ ਚੰਚਲ ਮੰਨੀ ਹੈ, ਕਦੀ ਬਾਹਰ ਕੱਢ ਲੈਂਦਾ ਕਦੀ ਅੰਦਰ। ਉਹਦੀ ਤਰ੍ਹਾਂ ਇਹ ਮਨ ਤੇਜ ਹੈ, ਚਲਾਕ ਹੈ। ਭੂਤ ਦੀਪ ਚਲ ਤਲ ਪੱਤਰ ਪਟਾਕ ਪਟ ਦਾਮਨ ਕਸ਼ਪ ਮਾਥ, ਭੂਤ ਦੀਪ ਦੀਪਕ ਸਿਖਾ। ਇਸੇ ਤਰ੍ਹਾਂ ਕਹਿੰਦੇ ਭੂਤ ਦੀ ਅੱਗ ਤੇ ਦੀਪਕ ਸਿਖਾ, ਦੀਵੇ ਦੀ ਜਿਹੜੀ ਸਿਖਾ ਕਹੀਏ ਚੋਟੀ ਹੁੰਦੀ ਹੈ, ਦੀਵਾ ਬਲਦਾ ਹੈ ਤੇ ਉਹਦੀ ਲਾਟ ਸਦਾ ਹਿਲਦੀ ਰਹਿੰਦੀ, ਉਹਦੀ ਚੋਟੀ ਉਤਲੇ ਪਾਸੇ ਜੋਤ ਜਗਦੀ, ਉਹਦੀ ਲਾਟ ਹਿਲਦੀ ਰਹਿੰਦੀ ਹੈ, ਖਲੋਂਦੀ ਨਹੀਂ ਹੈ। ਉੱਪਰਲੇ ਪਾਸੇ ਉਹ ਥੋੜੀ ਥੋੜੀ ਹਿੱਲੀ ਜਾਂਦੀ ਹੈ। ਯਉ ਮਨ ਵਿਰਤ ਅਨਾਥ, ਮਨ ਦੀ ਬਿਰਤੀ ਜਿਹੜੀ ਉਹ ਇਸ ਤਰ੍ਹਾਂ ਦੀ ਹੈ, ਕਹਿੰਦੇ ਮਨ ਇਸ ਤਰ੍ਹਾਂ ਤੇਜ਼ ਹੀ ਰਹਿੰਦਾ ਹਰ ਵੇਲੇ। ਤਾਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਇਸ ਮਨ ਨੂੰ ਕਹਿੰਦੇ ਵੀ ਇਹ ਮੇਰੇ ਮਨਾ, ਤੂੰ ਇਹ ਗੁਰੂ ਕਾ ਉਪਦੇਸ਼ ਨਾਮ ਨੂੰ ਮੰਨ ਕਰਕੇ ਹਰ ਨਾਲ ਰਹੋ, ਤੂੰ ਮਨ ਮੇਰੇ ਮਨਾ ਤੂੰ ਹਰੀ ਦੇ ਨਾਲ ਸਦਾ ਵਾਸਤੇ ਰਹਿਣਾ ਕਰ। ਵਾਹਿਗੁਰੂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ, ਗੁਰੂ ਕੀ ਹਜ਼ੂਰੀ ਦੇ ਵਿੱਚ ਰਹਿਣਾ ਕਰ। ਦੁਖ ਸਭ ਵਿਸਾਰਨਾ, ਫਿਰ ਕੀ ਫਲ ਪ੍ਰਾਪਤ ਹੋਵੇਗਾ ਵੀ ਮਨਾ ਤੂੰ ਹਰ ਵੇਲੇ ਦੁਖੀ ਹੋਇਆ ਰਹਿਣਾ ਹੈ ਨਾ। ਮਨ ਟਿਕਦਾ ਵੀ ਨਹੀਂ ਤੇ ਦੁਖੀ ਵੀ ਹੈ, ਭੱਜਾ ਵੀ ਫਿਰਦਾ ਹੈ ਤੇ ਹਰ ਵੇਲੇ ਦੁਖੀ ਹੈ। ਕਿਹੜਾ ਇਨਸਾਨ ਹੈ ਜਿਹੜਾ ਇਹ ਗੱਲ ਕਹਿੰਦਾ ਵੀ ਮੇਰਾ ਮਨ ਸੁਖੀ ਹੈ? ਜਿਹਨੂੰ ਪੁੱਛ ਕੇ ਵੇਖੋ, ਮਹਾਰਾਜ ਕਹਿੰਦੇ ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ। ਜਿਸ ਦੇ ਕੋਲੇ ਕੋਈ ਖਲੋ ਕੇ ਤੇ ਗੱਲ ਕੋਈ ਛੋਟੇ ਜਿਹੇ ਦੁੱਖ ਦੀ ਕਰੇ ਨਾ, ਤੇ ਉਹ ਆਪਣੀਆਂ ਪੰਡਾਂ ਹੀ ਖੋਲ ਕੇ ਰੱਖ ਦਿੰਦਾ ਵੀ ਤੇਰੇ ਨਾਲ ਤਾਂ ਭਰਾਵਾ ਮੈਂ ਜ਼ਿਆਦਾ ਦੁਖੀ, ਮੇਰਾ ਮਨ ਬੜਾ ਪਰੇਸ਼ਾਨ ਹੈ, ਮੇਰਾ ਮਨ ਬੜਾ ਚਿੰਤਾ ਦਾ ਗ੍ਰਸਿਆ ਹੋਇਆ ਹੈ, ਮੇਰਾ ਮਨ ਬੜਾ ਦੁਖੀ ਹੈ। ਤਾਂ ਸਤਿਗੁਰੂ ਕਹਿੰਦੇ ਮਨਾ ਜਿਹੜਾ ਤੂੰ ਦੁਖੀ ਰਹਿਣਾ ਹੈ ਨਾ, ਜਦੋਂ ਤੂੰ ਹਰੀ ਦੇ ਨਾਲ ਰਵੇਂਗਾ ਨਾ, ਪ੍ਰਭੂ ਦਾ ਚਿੰਤਨ ਕਰਦਾ ਹੋਇਆ, ਵਾਹਿਗੁਰੂ ਦਾ ਸਿਮਰਨ ਕਰਦਾ ਹੋਇਆ ਵਾਹਿਗੁਰੂ ਦੇ ਨਾਲ ਰਵੇਂਗਾ, ਦੁੱਖ ਸਭ ਵਿਸਾਰਨਾ। ਫਿਰ ਸਾਰੇ ਤੇਰੇ ਦੁੱਖ ਜਿਹੜੇ ਆ ਨਾ, ਉਹ ਹਰੀ ਪਰਮੇਸ਼ਰ ਵਿਸਰਜਨ ਕਰ ਦੇਵੇਗਾ। ਵਿਸਾਰਨਾ ਦਾ ਅਰਥ ਕੀਤਾ ਮਹਾਂਪੁਰਖਾਂ ਨੇ, ਵਿਸਰਜਨ ਕਰ ਦੇਵੇਗਾ, ਦੂਰ ਕਰ ਦੇਵੇਗਾ ਪ੍ਰਭੂ ਸਾਰੇ ਦੁੱਖਾਂ ਨੂੰ। ਦੁੱਖ ਤੇਰੇ ਚੋਂ ਬਾਹਰ ਕੱਢ ਦੇਵੇਗਾ, ਦੁੱਖ ਦੂਰ ਕਰਕੇ ਤੇ ਤੈਨੂੰ ਸੁਖੀ ਕਰ ਦੇਵੇਗਾ। ਮਨਾ ਤੂੰ ਸੁਖੀ ਹੋ ਜਾਵੇਂਗਾ ਜਦੋਂ ਹਰੀ ਦੇ ਨਾਲ ਰਵੇਂਗਾ। ਹਾਲੇ ਤੇ ਤੂੰ ਹਰੀ ਤੋਂ ਦੂਰ ਹੀ ਤੁਰਿਆ ਫਿਰਦਾ, ਤੂੰ ਵਾਹਿਗੁਰੂ ਪਰਮੇਸ਼ਰ ਤੋਂ ਦੂਰ ਹੀ ਤੁਰਿਆ ਫਿਰਦਾ। ਐਸੇ ਹੀ ਧਰਤੀ ਤੇ, ਸੁਲਤਾਨਪੁਰ ਲੋਧੀ ਦੀ ਧਰਤੀ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ ਸੀ ਦੌਲਤ ਖਾਂ ਨਵਾਬ ਨੂੰ ਤੇ ਉਹਦੇ ਕਾਜੀ ਨੂੰ, ਜਦੋਂ ਉਹਨਾਂ ਨੇ ਆਖਿਆ ਸੀ ਤੁਸੀਂ ਸਾਰਿਆਂ ਨੂੰ ਇੱਕੋ ਜਿਹੇ ਸਮਝਦੇ ਹੋ ਤੇ ਆਓ ਸਾਡੇ ਨਾਲ ਮਸੀਤੇ ਚੱਲੋ ਤੇ ਨਮਾਜ਼ ਪੜ੍ਹੋ, ਤੇ ਮਹਾਰਾਜ ਸਾਹਿਬ ਗਏ ਸੀ ਮਸੀਤ ਵਿੱਚ। ਉਹ ਪੁਰਾਣੀ ਮਸੀਤ ਅੱਜ ਵੀ ਖਲੋਤੀ ਹੈ, ਨਿੱਕੀਆਂ ਇੱਟਾਂ ਦੀ ਬਣੀ ਹੋਈ, ਥਾਣੇ ਦੇ ਵਿੱਚ ਉੱਚੇ ਥਾਂ ਤੇ ਜਿਹੜਾ ਪੁਰਾਣਾ ਕਿਲਾ ਸੀ, ਸਰਾਏ ਕਿਲਾ, ਜਿਹਨੂੰ ਸ਼ਾਹੀ ਮਸੀਤ ਕਿਹਾ ਜਾਂਦਾ ਸੀ, ਜਿਹਦੇ ਵਿੱਚ ਦੌਲਤ ਖਾਂ ਨਵਾਬ ਤੇ ਕਾਜੀ ਉਹ ਨਮਾਜ਼ ਪੜ੍ਹਿਆ ਕਰਦੇ ਸਨ। ਉਸੇ ਦੀ ਯਾਦ ਵਿੱਚ ਸ਼ਹਿਰ ਦੇ ਵਿੱਚ ਸਥਾਨ ਗੁਰਦੁਆਰਾ ਸ੍ਰੀ ਅੰਤਰਜਾਮਤਾ ਸਾਹਿਬ ਸੋਭਾ ਪਾਉਂਦਾ।
ਉਸੇ ਇਤਿਹਾਸ ਦੀ ਯਾਦਗਾਰ ਹੈ, ਉਸੇ ਘਟਨਾ ਦੀ। ਤੇ ਮਹਾਰਾਜ ਸਾਹਿਬ ਨੇ ਆਖਿਆ ਸੀ ਕਿ ਜਿਹਦੀ ਹਾਜ਼ਰੀ ਲੱਗਣੀ ਉਹ ਤਾਂ ਇੱਥੇ ਹੀ ਨਹੀਂ ਹੈ। ਨਵਾਬ ਸਾਹਿਬ ਤੁਹਾਡਾ ਤਨ ਇੱਥੇ ਹੈ, ਮਨ ਤਾਂ ਤੁਹਾਡਾ ਘੋੜੇ ਖਰੀਦਦਾ ਫਿਰਦਾ ਕਾਬਲ ਦੇ ਵਿੱਚ। ਨਵਾਜ਼ ਕਿੰਨੇ ਪੜ੍ਹੀ ਹੈ? ਸਰੀਰ ਦੀ ਕਸਰਤ ਹੀ ਹੋਈ ਹੈ, ਸਰੀਰ ਹੀ ਉੱਠਦਾ ਪੈਂਦਾ ਰਿਹਾ ਹੈ। ਅੰਦਰ ਵਾਲਾ ਤੇ ਉਹ ਕਾਬਲ ਤੁਰਿਆ ਫਿਰਦਾ ਘੋੜੇ ਖਰੀਦਦਾ ਹੋਇਆ। ਕਾਜੀ ਨੇ ਆਖਿਆ ਮੇਰੇ ਨਾਲ ਪੜ੍ਹ ਲੈਂਦੇ ਜੀ, ਮੈਂ ਤਾਂ ਇੱਥੇ ਹੀ ਸਾਂ। ਅੰਤਰਜਾਮੀ ਸਤਿਗੁਰੂ ਨੇ ਆਖਿਆ ਨਹੀਂ ਕਾਜੀ ਸਾਹਿਬ ਤੂੰ ਵੀ ਇੱਥੇ ਨਹੀਂ ਸੀ, ਤੁਹਾਡਾ ਵੀ ਤਨ ਹੀ ਇੱਥੇ ਸੀ, ਮਨ ਤਾਂ ਘਰੇ ਗਿਆ ਹੋਇਆ ਸੀ ਕਿ ਘੋੜੀ ਨੇ ਵਿਸ਼ੇਰਾ ਦਿੱਤਾ ਹੈ, ਘਰ ਵਿੱਚ ਖੂਹੀ ਹੈ ਤੇ ਮੈਂ ਉਹਨੂੰ ਢੱਕ ਕੇ ਨਹੀਂ ਆਇਆ ਥਾਂ, ਕਿਤੇ ਉਹ ਟੋਏ ਦੇ ਵਿੱਚ ਖੂਹੀ ਦੇ ਵਿੱਚ ਨਾ ਡਿੱਗ ਪੈਂਦਾ ਹੋਵੇ ਵਿਸ਼ੇਰਾ ਭੱਜਦਾ ਭੱਜਦਾ। ਤੁਹਾਡਾ ਤੇ ਮਨ ਉੱਥੇ ਗਿਆ ਹੋਇਆ ਸੀ। ਮਨ ਹਰੀ ਦੇ ਨਾਲ ਰਹਿੰਦਾ ਹੀ ਨਹੀਂ ਹੈ, ਮਨ ਦੂਰ ਹੀ ਤੁਰਿਆ ਫਿਰਦਾ ਹੈ। ਗਰੀਬ ਨਵਾਜ਼ ਸਾਹਿਬ ਕਹਿੰਦੇ ਹਨ ਕਿ ਮਨਾ ਤੂੰ ਹਰੀ ਦੇ ਨਾਲ ਰਹਿਣਾ ਕਰ ਤੇ ਫਿਰ ਹਰੀ ਪਰਮੇਸ਼ਰ ਦੁੱਖ ਸਭ ਵਿਸਾਰਨਾ, ਤੇਰੇ ਸਾਰੇ ਦੁੱਖਾਂ ਨੂੰ ਦੂਰ ਕਰ ਦੇਵੇਗਾ। ਤੇ ਵਿਸਾਰਨਾ ਨਾਮ ਭੁਲਾਉਣਾ ਵੀ ਹੁੰਦਾ ਹੈ ਸਾਧ ਸੰਗਤ ਜੀ। ਦੁੱਖ ਤੇਰੇ ਸਾਰੇ ਭੁਲਾ ਹੀ ਦੇਵੇਗਾ, ਤੈਨੂੰ ਭੁੱਲ ਹੀ ਜਾਣਗੇ ਦੁੱਖ। ਵਾਹਿਗੁਰੂ ਦੀ ਐਸੀ, ਹਰੀ ਦੀ ਐਸੀ ਕਿਰਪਾ ਹੋਵੇਗੀ ਕਿ ਦੁੱਖ ਸਾਰੇ ਤੈਨੂੰ ਵਿਸਰ ਹੀ ਜਾਣਗੇ। ਦੁੱਖ ਲੱਗੇ ਤਾਂ ਹਨ ਸਾਧ ਸੰਗਤ ਜੀ ਜਿਨ੍ਹਾਂ ਦਾ ਮਨ ਗੁਰੂ ਕੀ ਹਜ਼ੂਰੀ ਵਿੱਚ ਰਿਹਾ, ਪਰਮੇਸ਼ਰ ਦੀ ਹਾਜ਼ਰੀ ਦੇ ਵਿੱਚ ਰਿਹਾ, ਉਹਨਾਂ ਨੂੰ ਵੀ ਦੁੱਖ ਉਹਨਾਂ ਦੇ ਸਰੀਰ ਤੇ ਵੀ ਆਏ। ਬਲਕਿ ਜਿੰਨੇ ਦੁੱਖ ਤੇ ਕਸ਼ਟ ਧਰਮੀਆਂ ਦੇ ਉੱਤੇ ਨਾ ਆਏ ਨਾ, ਉਹਨੇ ਸ਼ਾਇਦ ਆਮ ਸੰਸਾਰੀਆਂ ਤੇ ਆਏ ਨਾ ਹੋਣ। ਜਿੰਨੇ ਦੁੱਖ ਨਾਮ ਜਪਣ ਵਾਲਿਆਂ ਦੇ ਤਨ ਦੇ ਉੱਤੇ ਆਏ, ਕਸ਼ਟ ਆਏ, ਪਰ ਉਹ ਦੁੱਖ ਦੇ ਵਿੱਚ ਰਹਿ ਕਰਕੇ ਵੀ ਉਹਨਾਂ ਨੇ ਪਰਮੇਸ਼ਰ ਵਾਹਿਗੁਰੂ ਜੀ ਦਾ ਸਾਥ ਨਹੀਂ ਛੱਡਿਆ, ਸਿੱਖੀ ਨਹੀਂ ਛੱਡੀ, ਦੁੱਖ ਨੂੰ ਵਿਸਾਰ ਹੀ ਦਿੱਤਾ। ਐਸੀ ਵਾਹਿਗੁਰੂ ਦੀ ਕਿਰਪਾ ਹੋਈ, ਦੁੱਖ ਸਭ ਵਿਸਾਰਨਾ, ਸਾਰੇ ਦੁੱਖ ਵਿਸਰ ਹੀ ਗਏ, ਭੁੱਲ ਹੀ ਗਏ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਜਦੋਂ ਖੋਪਰਾ ਲਾਇਆ ਗਿਆ ਉਹਨਾਂ ਦਾ, ਕਿ ਦੁੱਖ ਨਾ ਲੱਗਾ ਹੋਵੇਗਾ, ਪੀੜ ਨਾ ਹੋਈ ਹੋਵੇਗੀ ਉਸ ਵੇਲੇ। ਜਦੋਂ ਸਿਰ ਦਾ ਅੱਧਾ ਹਿੱਸਾ ਲਾਇਆ ਜਾਂਦਾ ਵਾ ਰੰਬੀ ਦੇ ਨਾਲ, ਹਥੌੜੇ ਦੇ ਨਾਲ, ਸੱਟਾਂ ਮਾਰ ਮਾਰ ਕੇ ਕੇਸਾਂ ਦੇ ਸਮੇਤ ਸਿਰ ਦਾ ਅੱਧਾ ਹਿੱਸਾ ਲਾਇਆ ਗਿਆ ਭਾਈ ਤਾਰੂ ਸਿੰਘ ਦਾ। ਪੀੜ ਤਾਂ ਹੁੰਦੀ ਹੈ ਨਾ, ਪਰ ਉਹ ਦੁੱਖ ਹੈ ਤਾਂ ਸੀ, ਪਰ ਦੁੱਖ ਭਾਈ ਸਾਹਿਬ ਦੇ ਮਨ ਤੀਕ ਨਹੀਂ ਪਹੁੰਚਿਆ। ਕਿਉਂ ਨਹੀਂ ਪਹੁੰਚਿਆ? ਕਿਉਂਕਿ ਨਾਮ ਦੇ ਨਾਲ ਮਨ ਜੁੜਿਆ ਹੋਇਆ, ਮਨ ਹਰੀ ਦੇ ਨਾਲ ਹੈ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਹਰੀ ਦੇ ਨਾਲ ਮਨ ਹੈ, ਇਸ ਕਰਕੇ ਦੁੱਖ ਹੁੰਦਿਆਂ ਵੀ ਦੁੱਖ ਨੂੰ ਵਿਸਾਰ ਦਿੱਤਾ। ਹਰੀ ਪਰਮੇਸ਼ਰ ਨੇ ਦੁੱਖ ਭੁਲਾ ਦਿੱਤਾ ਭਾਈ ਸਾਹਿਬ। ਦੁੱਖ ਦੀ ਪੀੜ ਹੀ ਨਹੀਂ ਮਹਿਸੂਸ ਹੋਈ ਹੈ। ਏਡੀ ਦ੍ਰਿੜਤਾ ਇਤਿਹਾਸ ਵਿੱਚ ਲਿਖਿਆ ਹੈ ਕਿ ਜਪਜੀ ਸਾਹਿਬ ਪੜ੍ਹਦੇ ਆ ਭਾਈ ਸਾਹਿਬ ਜੀ ਦਾ ਖੋਪਰ ਲੱਥਾ, ਤੇ ਖੋਪਰ ਲੱਥੇ ਤੋਂ ਬਾਅਦ ਵੀ 21 ਦਿਨ ਜਪਜੀ ਸਾਹਿਬ ਪੜ੍ਹਦਾ ਰਿਹਾ ਭਾਈ ਤਾਰੂ ਸਿੰਘ। 21 ਦਿਨ ਚੌਂਕੜਾ ਲਾ ਛੱਡਿਆ ਉਸ ਗੁਰੂ ਕੇ ਸੂਰਮੇ ਗੁਰਸਿੱਖ ਨੇ, ਜਿਹਨੂੰ ਨਾਮ ਦਾ ਨਸ਼ਾ ਚੜਿਆ ਹੋਇਆ ਸੀ। ਇੱਕ ਨਸ਼ੇ ਸੰਸਾਰੀ ਹੈ ਨਾ, ਜਿਹੜੇ ਕੋਈ ਸਵੇਰੀ ਖਾਵੇ ਤੇ ਸ਼ਾਮ ਨੂੰ ਉਤਰ ਜਾਂਦੇ, ਜੇ ਕੋਈ ਸ਼ਾਮ ਨੂੰ ਖਾਵੇ ਤੇ ਸਵੇਰ ਨੂੰ ਉਤਰ ਜਾਂਦਾ, ਤੇ ਸਵੇਰੇ ਆਪਣਾ ਆਪ ਹੀ ਨਹੀਂ ਸੰਭਾਲਿਆ ਜਾਂਦਾ, ਖਿਲ ਰਿਹਾ ਹੁੰਦਾ ਪੁਰਜਾ ਪੁਰਜਾ। ਪਰ ਜਿਨ੍ਹਾਂ ਨੂੰ ਨਾਮ ਦਾ ਨਸ਼ਾ ਚੜਿਆ, ਤੇ ਜਦੋਂ ਨਸ਼ਾ ਚੜਿਆ ਹੋਵੇ ਤੇ ਫਿਰ ਦੁੱਖ ਨਹੀਂ ਨਾ ਲੱਗਦਾ, ਫਿਰ ਡਿੱਗ ਵੀ ਪਵੇ ਤੇ ਸੱਟ ਪੇਟ ਨੂੰ ਮਹਿਸੂਸ ਨਹੀਂ ਨਾ ਕਰਦਾ। ਜਾਂ ਦੂਜੀ ਉਦਾਹਰਨਾਂ ਲੈ ਲਈਏ, ਜਿਸ ਵੇਲੇ ਕੋਈ ਡਾਕਟਰ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਕਿਸੇ ਮਰੀਜ਼ ਦਾ ਆਪਰੇਸ਼ਨ ਕਰਦਾ ਹੈ ਤੇ ਉਹ ਇੰਜੈਕਸ਼ਨ ਲਾਉਂਦਾ ਹੈ, ਟੀਕਾ ਲਾਉਂਦਾ ਹੈ, ਮਾਸ ਨੂੰ ਸੁੰਨ ਕਰਨ ਵਾਲਾ,
ਤੇ ਮਾਸ ਸੁੰਨ ਹੋ ਜਾਂਦਾ। ਤੇ ਜਦੋਂ ਸਾਰਾ ਚੀਰ ਫਾੜ ਕਰਦਾ ਤੇ ਉਸ ਵੇਲੇ ਉਹ ਮਹਿਸੂਸ ਹੀ ਨਹੀਂ ਕਰਦਾ ਬੰਦਾ। ਉਹ ਚੀਰ ਫਾੜ ਕਰਕੇ ਤੇ ਆਪਣਾ ਕੰਮ ਕਰਕੇ ਆਪਰੇਸ਼ਨ ਕਰਕੇ ਤੇ ਟੰਕੇ ਲਾ ਦਿੰਦਾ। ਜਿਸ ਵੇਲੇ ਉਹ ਦਵਾਈ ਜਿਹੜੀ ਲਾਈ ਹੁੰਦੀ ਹੈ, ਦਿੱਤੀ ਹੁੰਦੀ ਹੈ, ਉਹ ਉਤਰਦੀ ਹੈ ਤੇ ਬਾਅਦ ਵਿੱਚ ਉਹ ਜਿੱਥੇ ਜਿੱਥੇ ਜ਼ਖਮ ਹੋਏ ਹੁੰਦੇ ਆ, ਜਿੱਥੋਂ ਚੀਰ ਫਾੜ ਕੀਤੀ ਆ, ਉੱਥੇ ਫਿਰ ਦਰਦਾਂ ਹੁੰਦੀਆਂ। ਜਿੰਨਾ ਚਿਰ ਉਹ ਦਵਾਈ ਦਾ ਅਸਰ ਹੁੰਦਾ ਹੈ ਉਹਨਾਂ ਚਿਰ ਉਹਦਾ ਦਰਦ ਨਹੀਂ ਹੁੰਦੀ, ਭਾਵੇਂ 2 ਟੋਟੇ ਸਰੀਰ ਦੇ ਕਰ ਦੇਵੇ ਡਾਕਟਰ ਚੀਰ ਕੇ। ਕਰਦੇ ਹੀ ਆ ਆਪਰੇਸ਼ਨ, ਦਿਲ ਦੇ ਆਪਰੇਸ਼ਨ ਕੀਤੇ ਜਾਂਦੇ ਆ, ਸਿਰ ਦੇ ਆਪਰੇਸ਼ਨ ਕੀਤੇ ਜਾਂਦੇ ਆ, ਸਰੀਰ ਦੇ ਹਰੇਕ ਅੰਗ ਦਾ ਆਪਰੇਸ਼ਨ ਕੀਤਾ ਜਾਂਦਾ। ਉਹ ਇੱਕ ਤਰ੍ਹਾਂ ਦਾ ਨਸ਼ਾ ਹੀ ਹੈ ਨਾ ਸਰੀਰ ਨੂੰ ਸੁੰਨ ਕਰਨ ਵਾਲਾ। ਤੇ ਇੱਕ ਉਹ ਨਸ਼ਾ ਜਿਹਨੂੰ ਪੀ ਕਰਕੇ ਲੋਕ ਕੁਝ ਸਮੇਂ ਵਾਸਤੇ ਮਸਤੀ ਮੰਨਦੇ। ਸਤਿਗੁਰਾਂ ਨੇ ਨਸ਼ੇ ਦੀ ਉਦਾਹਰਨ ਦਿੱਤੀ ਆ ਗੁਰਬਾਣੀ ਦੇ ਅੰਦਰ। ਗਰੀਬ ਨਵਾਜ ਨੇ ਬਾਹਰਲੀ ਨਸ਼ੇ ਤਿਆਗਣ ਵਾਸਤੇ ਵੀ ਆਖਿਆ ਹੈ। ਇੱਕ ਥਾਂ ਤੇ ਮਹਾਰਾਜ ਦਾ ਬਚਨ ਆਉਂਦਾ ਹੈ, ਦੁਰਮਤ ਮਦ ਜੋ ਪੀਵਤੇ ਬਿਖਲੀ ਪਤ ਕਮਲੀ, ਰਾਮ ਰਸਾਇਣ ਜੋ ਰਤੇ ਨਾਨਕ ਸਾਚੇ ਅਮਲੀ। ਜੋ ਰਾਮ ਸਰਬ ਵਿਆਪਕ ਰਸਾਂ ਦਾ ਘਰ ਹੈ, ਉਹਦੇ ਨਾਮ ਦੇ ਨਾਲ ਜਿਹੜੇ ਰੰਗੇ ਹੋਏ ਆ, ਮਹਾਰਾਜ ਕਹਿੰਦੇ ਸੱਚੇ ਅਮਲੀ ਤੇ ਉਹ ਆ। ਰਾਮ ਰਸਾਇਣ ਜੋ ਰਤੇ ਨਾਨਕ ਸਾਚੇ ਅਮਲੀ। ਜਿਨ੍ਹਾਂ ਨੂੰ ਨਾਮ ਦਾ ਰੰਗ ਚੜਿਆ, ਜਿਨ੍ਹਾਂ ਨੂੰ ਨਾਮ ਦਾ ਨਸ਼ਾ ਚੜਿਆ, ਤੇ ਉਹਨਾਂ ਨੇ ਫਿਰ 21 ਦਿਨ ਚੌਂਕੜਾ ਲਾ ਕਰਕੇ ਖੋਪਰੇ ਲੱਥੇ ਤੋਂ ਵੀ ਜਪਜੀ ਸਾਹਿਬ ਪੜ੍ਹਿਆ। ਦੁੱਖ ਭੁੱਲ ਗਿਆ ਨਾ ਸਾਰਾ ਹੀ, ਦੁੱਖ ਸਭ ਵਿਸਾਰਨਾ। 21 ਦਿਨ ਜਕਰੀਏ ਖਾਨ ਦੇ ਸਿਰ ਦੇ ਵਿੱਚ ਭਾਈ ਤਾਰੂ ਸਿੰਘ ਦਾ ਜੋੜਾ ਵੱਜਦਾ ਰਿਹਾ, ਉਹਦੇ ਨਾਲ ਉਹਦਾ ਬੰਨ ਖੁੱਲਦਾ ਸੀ। ਤਾਂ ਹੀ ਗੁਰਮੁਖਾਂ ਨੇ ਲਿਖਿਆ ਹੈ, 21 ਦਿਨ ਜੁੱਤੀਆਂ ਖਾ ਹੋ ਗਿਆ ਮਗਜ ਖਾਨ ਦਾ ਪੋਲਾ, ਆਖਰ ਦਿਨ ਬਾਈਏ ਨੂੰ ਛੱਡ ਗਿਆ ਸਿੰਘ ਗੁਰੂ ਦਾ ਚੋਲਾ। ਭਾਈ ਤਾਰੂ ਸਿੰਘ ਜੀ ਨੇ 22ਵੇਂ ਦਿਨ ਜਾ ਕਰਕੇ ਖੋਪਰੀ ਲੱਥੀ ਤੋਂ ਸਰੀਰ ਤਿਆਗਿਆ, ਸ਼ਹਾਦਤ ਪ੍ਰਾਪਤ ਕੀਤੀ। ਤੇ ਦੁੱਖ ਸਾਰਾ ਇੰਨੇ ਦਿਨ ਕਿਵੇਂ ਭੁੱਲਿਆ ਰਿਹਾ, ਜਪਜੀ ਸਾਹਿਬ ਕਿਵੇਂ ਚੇਤੇ ਰਿਹਾ? ਕਿਉਂਕਿ ਮਨ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ, ਮਨ ਨਾਮ ਨਾਲ ਜੁੜ ਗਿਆ। ਇਸ ਨੂੰ ਨਾਵੇਂ ਪਾਤਸ਼ਾਹ ਨੇ ਸੋਰਠ ਦੇ ਵਿੱਚ ਇਸ ਤਰ੍ਹਾਂ ਬਚਨ ਕੀਤਾ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ। ਜਿਸ ਦਾ ਮਨ ਹਰੀ ਦੇ ਨਾਲ ਜੁੜ ਜਾਂਦਾ ਹੈ, ਹਰੀ ਦੇ ਨਾਲ ਰਹਿੰਦਾ ਹੈ, ਫਿਰ ਉਹਦੇ ਦੁੱਖ ਸਾਰੇ ਭੁੱਲ ਹੀ ਜਾਂਦੇ। ਮਹਾਰਾਜ ਕਹਿੰਦੇ ਉਹ ਫਿਰ ਜਿਹਦੇ ਤੇ ਗੁਰੂ ਕੀ ਕਿਰਪਾ ਹੁੰਦੀ ਨਾ, ਉਹਨੂੰ ਇਹ ਜੁਗਤ ਪ੍ਰਾਪਤ ਹੁੰਦੀ ਹੈ, ਇਹ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਦੁੱਖ ਦੇ ਵਿੱਚ ਰਹਿੰਦਿਆਂ ਵੀ ਦੁੱਖ ਨੂੰ ਨਹੀਂ ਮੰਨਦਾ। ਜਿਨ੍ਹਾਂ ਨੂੰ ਅਸੀਂ ਅਰਦਾਸ ਵਿੱਚ ਰੋਜ਼ ਚੇਤੇ ਕਰਦੇ ਆ, ਰਹਿੰਦੇ ਤਾਂ ਦੁੱਖ ਦੇ ਵਿੱਚ ਸੀ, ਪਰ ਦੁੱਖ ਨੂੰ ਮੰਨਿਆ ਹੀ ਨਹੀਂ ਉਹਨਾਂ ਨੇ, ਦੁੱਖ ਨੂੰ ਭੁਲਾ ਹੀ ਦਿੱਤਾ। ਨਾਮ ਚੇਤੇ ਆ, ਬਾਣੀ ਚੇਤੇ ਆ, ਸਿੱਖੀ ਚੇਤੇ ਆ, ਦੁੱਖ ਚੇਤੇ ਹੀ ਨਹੀਂ। ਸਰੀਰ ਵੱਢਿਆ ਟੁਕਿਆ ਹੋਇਆ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਗੁਰੂ ਸਾਹਿਬਾਂ ਨੇ ਆਪ ਤਤੀ ਲੋਹ ਤੇ ਚੌਂਕੜੇ ਲਾਏ, ਸੀਸ ਵਿੱਚ ਤੱਤਾ ਰੇਤਾ ਪਿਆ, ਉਬਲਦੀ ਦੇਗ ਵਿੱਚ ਚੌਂਕੜਾ ਲਾਇਆ। ਗੁਰੂ ਕੇ ਸਿੱਖ ਕੋਈ ਬੰਦ ਕਟਾਉਂਦਾ ਪਿਆ ਹੈ, ਕੋਈ ਸ਼ਬੇਗ ਸਿੰਘ ਸਾਹਿਬਾਜ ਸਿੰਘ ਚਰਖੜੀ ਦੇ ਉੱਤੇ ਚੜੇ, ਚਰਖੜੀਆਂ ਦੇ ਉੱਤੇ ਚੜ ਕੇ ਤੂੰਬੇ ਉਡਾਏ ਗਏ। ਚਰਖੜੀਆਂ ਵੱਡੇ ਸੂਏ ਜਿਨ੍ਹਾਂ ਦੇ ਵਿੱਚ ਦੀ ਸਰੀਰ ਦੇ ਲੰਘ ਗਏ। ਪਿਓ ਪੁੱਤਰ ਸ਼ਬੇਗ ਸਿੰਘ ਤੇ ਸਾਹਿਬਾਜ ਸਿੰਘ। ਦੁੱਖ ਕਿੱਡਾ ਵੱਡਾ ਹੈ, ਬੰਦ ਕੱਟੇ ਜਾਣ ਦਾ ਦੁੱਖ ਕਿੱਡਾ ਵੱਡਾ ਹੈ। ਛੋਟੇ ਬੱਚਿਆਂ ਦੇ ਟੋਟੇ ਕਰ ਕਰਕੇ ਮਾਈਆਂ ਦੇ ਗਲਾਂ ਵਿੱਚ ਹਾਰ ਪਾਏ ਗਏ, ਦੁੱਖ ਕਿੱਡਾ ਵੱਡਾ ਹੈ। ਪਰ ਦੁੱਖ ਨੂੰ ਮੰਨਿਆ ਹੀ ਨਹੀਂ। ਸ਼ਾਮ ਨੂੰ ਫੇਰ ਸਾਰਾ ਦਿਨ ਸਵਾ ਮਣ ਦੇ ਪੀਸੇ ਸੀ, ਤੇ ਇੱਕ ਪ੍ਰਸ਼ਾਦੇ ਦਾ ਚੌਥਾ ਹਿੱਸਾ ਛਕਣ ਵਾਸਤੇ ਮਿਲਿਆ ਸੀ। ਅੱਧੀ ਖੰਨੀ ਤੇ ਗੁਜ਼ਾਰਾ ਕੀਤਾ, ਤੇ ਫਿਰ ਵੀ ਸ਼ਾਮਾਂ ਨੂੰ ਰਹਿਰਾ ਸਾਹਿਬ ਦਾ ਪਾਠ ਕਰਕੇ ਤੇ ਅਰਦਾਸ ਕੀਤੀ ਸੀ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਆਪ ਜੀ ਦੇ ਭਾਣੇ ਵਿੱਚ 4 ਪੈਰ ਦਿਨ ਸੁਖ ਆਨੰਦ ਚੜ੍ਹਦੀ ਕਲਾ ਨਾਲ ਬਤੀਤ ਹੋਇਆ ਹੈ। ਤੇ ਰਹਿਰਾਸ ਸਾਹਿਬ ਜੀ ਦਾ ਪਾਠ ਹੋਇਆ, ਭੁੱਲਾਂ ਚੁੱਕਾਂ ਦੀ ਮਾਫੀ ਦਿਓ ਤੇ ਰਹਿਣ ਆਪ ਜੀ ਕੇ ਭਾਣੇ ਵਿੱਚ ਸੁਖ ਆਨੰਦ ਚੜ੍ਹਦੀ ਕਲਾ ਸਹਿਤ ਬਤੀਤ ਹੋਵੇ। ਹੁਣ ਬੱਚਿਆਂ ਦੇ ਟੋਟੇ ਕਰ ਕਰ ਗਲਾਂ ਝਾਰ ਪਾਏ ਹੋਣ ਤੇ ਸੁਖ ਫਿਰ ਵੀ ਸੁਖ ਹੈ। ਦੁੱਖ ਵਿੱਚ ਸੂਖ ਮਨਾਈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾਕੈ। ਨਾ ਸੁਖ ਨਾਲ ਸਨੇਹ ਮੋਹ, ਨਾ ਕਿਸੇ ਪ੍ਰਕਾਰ ਦਾ ਡਰ। ਕੰਚਨ ਮਾਟੀ ਮਾਨੈ, ਸੋਨਾ ਤੇ ਮਿੱਟੀ ਇੱਕੋ ਜਿਹੀ, ਐਸੀ ਬਿਰਤੀ ਬਣ ਗਈ। ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ। ਨਾ ਕਿਸੇ ਦੀ ਨਿੰਦਿਆ ਕਰਦੇ, ਨਾ ਕਿਸੇ ਦੀ ਉਸਤਤੀ ਫੋਕੀ ਕਰਦੇ, ਨਾ ਆਪਣੀ ਉਸਤਤੀ ਤੇ ਨਿੰਦਿਆ ਸੁਣ ਕੇ ਘਬਰਾਉਂਦੇ। ਨਾ ਲੋਭ ਹੈ ਕਿਸੇ ਪ੍ਰਕਾਰ ਦਾ, ਨਾ ਮੋਹ ਹੈ, ਨਾ ਹੰਕਾਰ ਹੀ ਹੈ। ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ। ਹਰਖ ਸੋਗ ਤੇ ਰਹਿ ਨਿਆਰੋ, ਨਾਹਿ ਮਾਨ ਅਪਮਾਨਾ। ਸਾਰਾ ਕੁਝ ਹੀ ਭੁੱਲ ਗਿਆ ਜਦੋਂ ਮਨ ਹਰੀ ਦੇ ਨਾਲ ਜੁੜਿਆ। ਨਾ ਖੁਸ਼ੀ ਤੇ ਨਾ ਗਮੀ ਦਾ ਪ੍ਰਭਾਵ ਹੈ, ਦੋਵਾਂ ਤੋਂ ਨਿਆਰੇ ਵੱਖਰੇ ਹੋ ਗਏ ਉਹ ਗੁਰੂ ਕੇ ਲਾਲ। ਹਰਖ ਸੋਗ ਤੇ ਰਹਿ ਨਿਆਰੋ, ਨਾ ਹੀ ਮਾਨ ਅਪਮਾਨ। ਤੇ ਨਾ ਮਾਨ ਤੇ ਅਪਮਾਨ ਹੀ ਅਸਰ ਕਰਦਾ, ਨਹੀਂ ਤੇ ਸਾਡੇ ਸੰਸਾਰੀ ਜੀਵਾਂ ਉੱਤੇ ਤੇ ਸਾਰਾ ਕੁਝ ਹੀ ਪ੍ਰਭਾਵ ਪਾਉਂਦਾ ਹੈ ਨਾ। ਸਾਡਾ ਮਾਣ ਹੋਵੇ ਅਸੀਂ ਹੰਕਾਰੀ ਹੋ ਜਾਂਦੇ ਹਾਂ, ਇੱਜ਼ਤ ਮਿਲੇ। ਅਪਮਾਨ ਨਿਰਾਦਰ ਹੋਵੇ ਤੇ ਘਬਰਾ ਜਾਈਦਾ ਹੈ ਕਿ ਸਾਡੀ ਬੇਇੱਜ਼ਤੀ ਹੋ ਗਈ ਹੈ। ਪਰ ਮਹਾਰਾਜ ਕਹਿੰਦੇ ਉਹਨਾਂ ਉੱਤੇ ਕੋਈ ਮਾਣ ਤੇ ਅਪਮਾਨ ਵੀ ਅਸਰ ਨਹੀਂ ਪਾਉਂਦਾ, ਨਾ ਹੀ ਮਾਣ ਅਪਮਾਨ। ਆਸਾ ਮਨਸਾ ਸਗਲ ਤਿਆਗੈ, ਉੱਥੇ ਨਾ ਕੋਈ ਆਸਾ ਹੀ ਹੈ ਤੇ ਨਾ ਮਨ ਦਾ ਕੋਈ ਇੱਛਾ ਹੀ ਹੈ, ਕੋਈ ਪਦਾਰਥਾਂ ਦਾ ਫੁਰਨਾ ਹੀ ਹੈ, ਕੋਈ ਵੱਡੀ ਆਸਾ ਵੀ ਨਹੀਂ ਹੈ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਜਗ ਤੇ ਰਹਿੰਦੇ ਆ ਪਰ ਰਹਿੰਦੇ ਨਿਰਾਸਾ, ਆਸਾ ਤੋਂ ਰਹਿਤ ਹੋ ਕੇ। ਕਾਮ ਕ੍ਰੋਧ ਜੇ ਪਰਸੈ ਨਾਹਨ, ਉੱਥੇ ਕਾਮ ਵੀ ਭੁੱਲ ਗਿਆ ਤੇ ਕ੍ਰੋਧ ਵੀ ਭੁੱਲ ਗਿਆ। ਕਾਮ ਕ੍ਰੋਧ ਵੀ ਉਹਨਾਂ ਨੂੰ ਸਪਰਸ਼ ਨਹੀਂ ਕਰਦਾ। ਕਾਮ ਕ੍ਰੋਧ ਜੇ ਪਰਸੈ ਨਾਹਨ, ਤਿਹ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜੇ ਨਰ ਕੋ ਕੀਨੀ, ਤਿਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਜਿਵੇਂ ਪਾਣੀ 'ਚ ਪਾਣੀ ਮਿਲ ਜਾਂਦਾ, ਇਸ ਤਰ੍ਹਾਂ ਗੋਬਿੰਦ ਨਾਲ ਲੀਨ ਹੋ ਗਏ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਨਾਲ, ਵਾਹਿਗੁਰੂ ਦੀ ਹਜ਼ੂਰੀ 'ਚ ਰਹਿੰਦਾ, ਨਾਮ ਨਾਲ ਜੁੜ ਗਿਆ। ਸਤਿਗੁਰੂ ਕਹਿੰਦੇ ਮੇਰਿਆ ਮਨਾ ਹਰ ਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਵਾਹਿਗੁਰੂ ਪਰਮੇਸ਼ਰ ਤੇਰੇ ਸਾਰੇ ਦੁੱਖਾਂ ਨੂੰ ਭੁਲਾ ਹੀ ਦਵੇਗਾ। ਦੁੱਖ ਤੇਰੇ ਤਨ ਤੇ ਆ ਵੀ ਜਾਣਗੇ ਤੇ ਦੁੱਖ ਤੇਰੇ ਚੇਤੇ ਨਹੀਂ ਰਹਿਣਗੇ, ਦੁੱਖਾਂ ਨੂੰ ਤੂੰ ਭੁੱਲ ਹੀ ਜਾਵੇਂਗਾ। ਅੰਗੀਕਾਰ ਉਹ ਕਰੇ ਤੇਰਾ, ਤੇ ਉਹ ਪਰਮੇਸ਼ਰ ਵਾਹਿਗੁਰੂ ਤੇਰਾ ਅੰਗੀਕਾਰ ਕਰੇਗਾ। ਅੰਗੀਕਾਰ ਦਾ ਅਰਥ ਮਹਾਂਪੁਰਖਾਂ ਨੇ ਕੀਤਾ ਤੇਰਾ ਪੱਖ ਕਰੇਗਾ, ਤੇਰੇ ਅੰਗ ਦੇ ਵਿੱਚ, ਤੇਰੇ ਪੱਖ ਦੇ ਵਿੱਚ ਖਲੋਵੇਗਾ, ਤੇਰਾ ਪੱਖ ਕਰੇਗਾ, ਤੇਰੀ ਮਦਦ ਕਰੇਗਾ ਮਨਾ। ਤੇ ਅੰਗੀਕਾਰ ਨਾਮ ਗ੍ਰਹਿਣ ਕਰਨ ਦਾ ਵੀ ਹੈ, ਤੈਨੂੰ ਗ੍ਰਹਿਣ ਕਰ ਲਵੇਗਾ, ਤੈਨੂੰ ਪ੍ਰਵਾਨ ਕਰ ਲਵੇਗਾ। ਉਹ ਤੇਰੇ ਪੱਖ ਵਿੱਚ ਖਲੋ ਕਰਕੇ ਤੇ ਤੇਰਾ ਪੱਖੀ ਬਣੇਗਾ। ਕਾਰਜ ਸਭ ਸਵਾਰਨਾ, ਮਨਾ ਤੇਰੇ ਸਾਰੇ ਕਾਰਜ ਸਵਾਰ ਦਵੇਗਾ ਹਰੀ ਪਰਮੇਸ਼ਰ। ਤੂੰ ਹਰੀ ਦੇ ਨਾਲ ਤੇ ਰਹਿਣਾ ਕਰ, ਪ੍ਰਭੂ ਪਰਮੇਸ਼ਰ ਦਾ ਸਿਮਰਨ ਭਜਨ ਤੇ ਕਰ, ਉਹਦੇ ਨਾਲ ਤਾਂ ਉਹ ਸਾਰੇ ਤੇਰੇ ਕਾਰਜ ਸਵਾਰ ਦਵੇਗਾ। ਇੱਕ ਜਾਂ ਦੋ ਜਾਂ ਚਾਰ ਕਾਰਜ ਨਹੀਂ ਆਖਿਆ, ਕਾਰਜ ਸਭ ਸਵਾਰਨਾ। ਸਾਰੇ ਸੰਸਾਰੀ ਕਾਰਜ ਵੀ ਤੇਰੇ ਸਵਾਰੇਗਾ ਤੇ ਸਾਰੇ ਪਰਮਾਰਥੀ ਕਾਰਜ ਵੀ ਸਵਾਰੇਗਾ ਹਰੀ ਪਰਮੇਸ਼ਰ। ਕਾਰਜ ਸਭ ਸਵਾਰਨਾ। ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਪਣੇ ਮਨ ਨੂੰ ਜੋੜਿਆ, ਪ੍ਰਭੂ ਦੀ ਭਗਤੀ ਕੀਤੀ, ਉਹਨਾਂ ਦੇ ਸਾਰੇ ਕਾਰਜ ਹੀ ਸਵਾਰ ਦਿੱਤੇ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰੰਤੇ, ਤਿਨ ਕੇ ਕਾਜ ਸਵਾਰਤਾ। ਪੰਚਮ ਪਾਤਸ਼ਾਹ ਗਰੀਬ ਨਵਾਜ ਨੇ 12 ਮਾਹਾਂ ਦੀ ਬਾਣੀ ਵਿੱਚ ਵੀ ਉਚਾਰਿਆ, ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ। ਹਰ ਗੁਰ ਪੂਰਾ ਆਰਾਧਿਆ,
ਦਰਗਹਿ ਸੱਚ ਖਰੇ। ਜਿਨ੍ਹਾਂ ਨੇ ਵਾਹਿਗੁਰੂ ਨੂੰ ਧਿਆਇਆ ਉਹਨਾਂ ਦੇ ਸਾਰੇ ਕਾਰਜ ਸੌਲ ਗਏ। ਭਾਵੇਂ ਉਹ ਸੰਸਾਰੀ ਕਾਰਜ ਸੀ ਤੇ ਭਾਵੇਂ ਉਹ ਜੀਵਨ ਦੀ ਸਫਲਤਾ ਦਾ ਕਾਰਜ ਸੀ, ਵਾਹਿਗੁਰੂ ਦੀ ਪ੍ਰਾਪਤੀ ਦਾ ਕਾਰਜ ਸੀ। ਸਭ ਤੋਂ ਵੱਡਾ ਕਾਰਜ ਜਿਸ ਵਾਸਤੇ ਮਨੁੱਖਾ ਦੇਹ ਮਿਲੀ ਹੈ, ਭਈ ਪ੍ਰਾਪਤ ਮਾਨੁਖ ਦੇ ਹੁਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ। ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਜਿਸ ਵਾਸਤੇ ਇਹ ਮਨੁੱਖਾ ਦੇਹ ਮਿਲੀ ਉਹ ਕਾਰਜ ਵੀ ਮਹਾਰਾਜ ਕਹਿੰਦੇ ਭਾਈ ਤੇਰਾ ਸੌਰ ਜਾਵੇਗਾ, ਕਾਰਜ ਪੂਰਾ ਹੋ ਜਾਵੇਗਾ, ਕਿਉਂਕਿ ਉਹ ਪਰਮੇਸ਼ਰ ਵਾਹਿਗੁਰੂ ਸਾਰੇ ਹੀ ਕਾਰਜ ਸਵਾਰਦਾ। ਭਗਤ ਧੰਨਾ ਜੀ ਨੇ ਆਪਣੇ ਮਨ ਨੂੰ ਹਰੀ ਦੇ ਨਾਲ ਜੋੜਿਆ ਤੇ ਪਰਮੇਸ਼ਰ ਨੇ ਪ੍ਰਤੱਖ ਦਰਸ਼ਨ ਦੀ ਦਾਤ ਦਿੱਤੇ। ਸੰਸਾਰੀ ਕਾਰਜ ਵੀ ਸਾਰੇ ਕੀਤੇ ਤੇ ਆਪਣਾ ਦਰਸ਼ਨ ਦੇ ਕਰਕੇ ਨਿਹਾਲ ਵੀ ਕਰ ਦਿੱਤਾ ਭਗਤ ਧੰਨਾ ਜੀ ਨੇ। ਹੋਰ ਭਗਤਾਂ ਨੇ ਆਰਾਧਨਾ ਜਿਨ੍ਹਾਂ ਜਿਨ੍ਹਾਂ ਨੇ ਕੀਤੀ ਹੈ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਸਾਹਿਬ ਜੀ, ਭਗਤ ਤਰਲੋਚਨ ਜੀ, ਭਗਤ ਰਵਿਦਾਸ ਸਾਹਿਬ ਜੀ, ਅਨੇਕਾਂ ਦਾ ਜ਼ਿਕਰ ਹੈ। ਤਾਂ ਮਹਾਰਾਜ ਸਾਹਿਬ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਤੇਰੇ ਸਾਰੇ ਕਾਰਜ ਸਵਾਰ ਦੇਵੇਗਾ। ਸਭਨਾ ਗੱਲਾਂ ਸਮਰੱਥ ਸੁਆਮੀ। ਉਹ ਵਾਹਿਗੁਰੂ ਪਰਮੇਸ਼ਰ ਐਸਾ ਸੁਆਮੀ ਮਾਲਕ ਹੈ, ਉਹ ਸਾਰੀਆਂ ਗੱਲਾਂ ਕਰਨ ਨੂੰ ਸਮਰੱਥ ਹੈ। ਜਿਹੜੀਆਂ ਗੱਲਾਂ ਅਸੀਂ ਸੰਸਾਰੀ ਜੀਵ ਕਹੀਏ ਨਾ ਵੀ ਆਹ ਗੱਲ ਹੋ ਨਹੀਂ ਸਕਦੀ, ਉਹ ਸਾਡੇ ਵਾਸਤੇ ਐਸੀ ਹੈ ਵੀ ਹੋ ਨਹੀਂ ਸਕਦੀ, ਪਰ ਪਰਮੇਸ਼ਰ ਸਾਰੀਆਂ ਗੱਲਾਂ ਕਰਨ ਨੂੰ ਸਮਰੱਥ ਹੈ। ਉਹ ਕਰੀਆਂ ਗੱਲਾਂ ਹੀ ਨਹੀਂ, ਉਹ ਸਭ ਕੁਝ ਕਰਨ ਦੇ ਸਮਰੱਥ ਹੈ। ਸਭਨਾ ਗੱਲਾਂ ਤੋਂ ਭਾਵ ਉਹ ਸਾਰੇ ਕਾਰਜ ਕਰਨ ਨੂੰ ਸਮਰੱਥ ਹੈ। ਉਹ ਗੱਲਾਂ ਵੀ ਕਰ ਦਿੰਦਾ ਜਿਹੜੀਆਂ ਸਾਡੇ ਮਨ ਚਿੱਤ ਖਿਆਲ ਵਿੱਚ ਹੀ ਨਾ ਹੋਣ, ਉਹ ਗੱਲਾਂ ਵੀ ਕਰ ਦਿੰਦਾ। ਜੋ ਮਨ ਚਿੱਤ ਨਾ ਚੇਤੇ ਸਨ ਸੋ ਗੱਲ ਹੀ ਰੱਬ ਕੀਆਂ। ਕਿਉਂਕਿ ਰੱਬ ਸਭਨਾ ਗੱਲਾਂ ਸਮਰੱਥ ਸੁਆਮੀ। ਸਭਨਾ ਗੱਲਾਂ ਤੋਂ ਭਾਵ ਉਹ ਜਲ ਵਾਲੇ ਥਾਂ ਤੇ ਥਲ ਵੀ ਕਰ ਦਿੰਦਾ, ਥਲ ਵਾਲੇ ਥਾਂ ਤੇ ਖੂਹ ਵੀ ਲਾ ਦਿੰਦਾ, ਖੂਹ ਵਾਲੇ ਥਾਂ ਤੇ ਪਹਾੜ ਵੀ ਬਣਾ ਦਿੰਦਾ, ਨੀਵਿਆਂ ਨੂੰ ਉੱਚੇ ਵੀ ਕਰ ਦਿੰਦਾ, ਉੱਚਿਆਂ ਨੂੰ ਨੀਵੇਂ ਵੀ ਕਰ ਦਿੰਦਾ, ਭਿਖਾਰੀਆਂ ਨੂੰ ਰਾਜੇ ਵੀ ਬਣਾ ਦਿੰਦਾ, ਰਾਜਿਆਂ ਨੂੰ ਭਿਖਾਰੀ ਵੀ ਬਣਾ ਦਿੰਦਾ, ਮੂਰਖਾਂ ਨੂੰ ਵਿਦਵਾਨ ਵੀ ਬਣਾ ਦਿੰਦਾ ਤੇ ਵਿਦਵਾਨਾਂ ਨੂੰ ਮੂਰਖ ਵੀ ਬਣਾ ਦਿੰਦਾ। ਰਾਜ ਆਸ਼ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹਉ ਚੇਰੀ। ਹਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ। ਹੱਸਦੇ ਹੋਏ ਨੂੰ ਰਵਾ ਵੀ ਦਿੰਦਾ ਤੇ ਰੋਂਦੇ ਹੋਏ ਨੂੰ ਹਸਾ ਵੀ ਦਿੰਦਾ। ਬਸਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ। ਵਸਦਿਆਂ ਨੂੰ ਉਜਾੜ ਵੀ ਦਿੰਦਾ ਤੇ ਉਜੜਿਆ ਹੋਇਆਂ ਨੂੰ ਵਸਾ ਵੀ ਦਿੰਦਾ। ਬਸਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ। ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਧਰਤੀ ਤੇ ਵਿਚਰਨ ਵਾਲਿਆਂ ਨੂੰ ਆਕਾਸ਼ ਵਿੱਚ ਚੜਾ ਦਿੰਦਾ, ਆਕਾਸ਼ ਵਿੱਚ ਚੜਿਆਂ ਨੂੰ ਧਰਤੀ ਤੇ ਵੀ ਸੁੱਟ ਦਿੰਦਾ। ਭਾਵ ਨਿੱਕਿਆਂ ਨੂੰ ਵੱਡੇ ਵੀ ਬਣਾ ਦਿੰਦਾ, ਵੱਡਿਆਂ ਨੂੰ ਛੋਟੇ ਵੀ ਬਣਾ ਦਿੰਦਾ। ਭਿਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭਿਖਾਰੀ। ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ। ਕਹੋ ਕਬੀਰ ਸਾਧੂ ਕੋ ਪ੍ਰੀਤਮ, ਤਿਸ ਮੂਰਤ ਬਲਿਹਾਰੀ। ਮਹਾਰਾਜ ਨੇ ਆਖਿਆ ਵੀ ਜਿਹੜੇ ਮਾਸ ਖਾਣ ਵਾਲੇ ਆ ਨਾ, ਉਹਨਾਂ ਨੂੰ ਘਾਹ ਵੀ ਜੇ ਖਵਾਉਣਾ ਚਾਹਵੇ ਤੇ ਖਵਾ ਦਿੰਦਾ। ਘਾਹ ਖਾਣ ਵਾਲਿਆਂ ਨੂੰ ਮਾਸ ਵੀ ਖਵਾ ਦਿੰਦਾ। ਸਿੰਘਾਂ ਬਾਜਾਂ ਚਰਗਾਂ ਕੁਹੀਆਂ, ਇਹਨਾਂ ਖਵਾਲੇ ਘਾਹ। ਘਾਹੋ ਖਾਣ ਤੇ ਨਾ ਮਾਸ ਖਵਾਲੇ, ਇਹ ਚਲਾਏ ਰਾਹ। ਨਦੀਆਂ ਵਿੱਚ ਟਿੱਬੇ ਦੇ ਖਾਲੇ, ਥਲੀ ਕਰੇ ਅਸਗਾਹ। ਨਦੀਆਂ ਵਿੱਚ ਟਿੱਬੇ ਵੀ ਵਿਖਾਲ ਦਿੰਦਾ ਤੇ ਜਿੱਥੇ ਡੂੰਘਾ, ਜਿੱਥੇ ਥਲ ਹੈ ਨਾ ਖੁਸ਼ਕ ਥਾਂ ਹੈ, ਉੱਥੇ ਡੂੰਘਾ ਦਰਿਆ ਵੀ ਬਣਾ ਦਿੰਦਾ। ਥਲੀ ਕਰੇ ਅਸਗਾਹ। ਕੀੜਾ ਥਾਪ ਦੇ ਪਾਤਸ਼ਾਹੀ, ਲਸਕਰ ਕਰੇ ਸਵਾਹਾ। ਨਿੱਕੇ ਜੇ ਕੀੜੇ ਨੂੰ ਥਾਪ ਕੇ ਪਾਤਸ਼ਾਹੀਆਂ ਵੀ ਦੇ ਦਿੰਦਾ ਤੇ ਫੌਜਾਂ ਦੇ ਮਾਲਕ ਨੂੰ ਸਵਾਹ ਵਿੱਚ ਵੀ ਮਿਲਾ ਦਿੰਦਾ। ਖਿਨ ਮਹਿ ਰਾਓ ਰੰਕ ਕੋ ਕਰਈ, ਰਾਓ ਰੰਕ ਕਰ ਡਾਰੇ।
ਰੀਤੇ ਭਰੇ ਭਰੇ ਸਖਨਾਵੇ ਜਹ ਤਾਕੋ ਵਿਵਹਾਰੇ। ਸਭਨਾ ਗੱਲਾਂ ਸਮਰੱਥ ਸੁਆਮੀ, ਉਹ ਸਾਰੀਆਂ ਗੱਲਾਂ ਕਰਨ ਦੇ ਸਮਰੱਥ ਹੈ, ਉਹ ਸਭ ਕੁਝ ਕਰਨ ਦੇ ਸਮਰੱਥ ਮਾਲਕ ਪਰਮੇਸ਼ਰ ਹੈ। ਸੋ ਕਿਉ ਮਨੋ ਵਿਸਾਰੇ। ਹੇ ਜੀਵ, ਤੂੰ ਆਪਣੇ ਮਨ ਵਿੱਚੋਂ ਉਸ ਵਾਹਿਗੁਰੂ ਨੂੰ ਕਿਉਂ ਵਿਸਾਰਿਆ ਹੋਇਆ? ਹੇ ਮਨਾ, ਤੂੰ ਕਿਉਂ ਉਸ ਪਰਮੇਸ਼ਰ ਨੂੰ ਭੁਲਾਇਆ ਹੋਇਆ ਹੈ? ਉਸ ਪ੍ਰਭੂ ਨੂੰ ਭੁਲਾਉਣਾ ਨਹੀਂ ਚਾਹੀਦਾ ਜੋ ਸਭ ਕੁਝ ਕਰਨ ਦੇ ਸਮਰੱਥ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰੱਖੈ। ਜੇ ਉਹਨੂੰ ਭਾਵੇ ਤੇ ਬਿਨਾਂ ਸਵਾਸਾਂ ਤੋਂ ਵੀ ਰੱਖ ਲੈਂਦਾ। ਜਿੰਨੇ ਜੀ ਜਿਉਂਦੇ ਆ ਸਵਾਸਾਂ ਨਾਲ ਜਿਉਂਦੇ ਆ, ਤੇ ਸਵਾਸਾਂ ਨਾਲ ਵੀ ਤੇ ਉਹੀ ਜ਼ਿੰਦਗੀ ਦੇ ਰਿਹਾ। ਸਵਾਸ ਵੀ ਤਾਂ ਉਹਨੇ ਹੀ ਦਿੱਤੇ ਹੋਏ ਆ, ਜਿੰਨੇ ਦਿੱਤੇ ਉਹਨੇ ਹੀ ਜੀਵਨੇ ਲੈਣੇ ਆ। ਮਨ ਘਾਲੇ ਸਭ ਦਿਵਸ ਸਾਸ ਨਹਿ ਵੱਢਣ ਘਟਣ ਤੇ ਲਸਾਰ। ਆਪਣੇ ਆਪ ਇਹ ਵੱਧ ਨਹੀਂ ਸਕਦੇ, ਘਟ ਨਹੀਂ ਸਕਦੇ। ਜੇ ਉਹ ਚਾਹਵੇ ਤੇ ਵਧਾ ਵੀ ਸਕਦਾ, ਘਟਾ ਵੀ ਸਕਦਾ, ਤੇ ਜੇ ਚਾਹਵੇ ਤੇ ਬਿਨਾਂ ਸਵਾਸਾਂ ਤੋਂ ਵੀ ਰੱਖ ਸਕਦਾ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ। ਜੇ ਤੇ ਜੀ ਜੀਵੈ ਲੈ ਸਾਹ, ਜੀ ਵਾਲੇ ਤਾ ਕੀ ਅਸਾਹ। ਨਾਨਕ ਜਿਉ ਜਿਉ ਸੱਚੇ ਭਾਵੈ ਤਿਉ ਤਿਉ ਦੇ ਗਿਰਾਹ। ਬਿਨਾਂ ਸਾਹਾਂ ਤੋਂ ਵੀ ਰੱਖ ਲੈਂਦਾ। ਜਿਹੜਾ ਐਸਾ ਸਮਰੱਥ ਸੁਆਮੀ ਹੈ, ਜਿਹੜਾ ਇੱਕ ਫੁਰਨੇ ਮਾਤਰ ਦੇ ਨਾਲ ਹੀ ਸ੍ਰਿਸ਼ਟੀ ਪੈਦਾ ਕਰ ਦਿੰਦਾ, ਤੇ ਫੁਰਨੇ ਮਾਤਰ ਨਾਲ ਹੀ ਸ੍ਰਿਸ਼ਟੀ ਰਚੀ ਹੋਈ ਨੂੰ ਸਮਾਪਤ ਵੀ ਕਰ ਦਿੰਦਾ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਸੋ ਕਿਉ ਮਨਹੁ ਵਿਸਾਰੇ, ਉਸ ਨੂੰ ਕਿਉਂ ਹੇ ਮਨਾ ਤੂੰ ਵਿਸਾਰਿਆ ਹੋਇਆ? ਅਥਵਾ ਹੇ ਜੀਵ, ਤੂੰ ਆਪਣੇ ਮਨ ਚੋਂ ਕਿਉਂ ਭੁਲਾਇਆ ਹੋਇਆ ਹੈ? ਕਹਿ ਨਾਨਕ ਮਨ ਮੇਰੇ। ਦੂਜੀ ਪੌੜੀ ਦੀ ਸਮਾਪਤੀ ਕਰਦਿਆਂ ਹੋਇਆ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਹਨ, ਹੇ ਮੇਰੇ ਮਨਾ, ਤੂੰ ਮੇਰੀ ਇਸ ਸਿੱਖਿਆ ਨੂੰ ਮੰਨਣਾ ਕਰ। ਸਦਾ ਰਹੋ ਹਰਿ ਨਾਲੇ। ਤੇ ਸਦਾ ਹੀ ਹਰੀ ਦੇ ਨਾਲ ਰਹਿਣਾ ਕਰ। ਜਿਹੜਾ ਪਰਮੇਸ਼ਰ ਤੇਰੇ ਨਾਲ ਹੈ, ਤੂੰ ਉਸ ਤੋਂ ਦੂਰੀ ਬਣਾਈ ਹੋਈ ਹੈ, ਉਹਨੂੰ ਭੁਲਾ ਕਰਕੇ ਤੇ ਨਾਲ ਹੋ ਸਕਦਾ ਹੈ ਉਸ ਨੂੰ ਚੇਤੇ ਕਰਕੇ, ਉਹਦਾ ਸਿਮਰਨ ਕਰਕੇ। ਇਸ ਕਰਕੇ ਪ੍ਰਭੂ ਦਾ ਸਿਮਰਨ ਕਰ ਮਨਾ, ਵਾਹਿਗੁਰੂ ਨੂੰ ਚੇਤੇ ਕਰਿਆ ਕਰ। ਫਿਰ ਸਦਾ ਹੀ ਵਾਹਿਗੁਰੂ ਜੀ ਦੇ ਨਾਲ ਰਹਿ, ਤੇ ਨਾਲ ਰਵੇਂਗਾ ਤੇ ਸਾਰੇ ਦੁੱਖ ਦੂਰ ਹੋ ਜਾਣਗੇ, ਤੂੰ ਸੁਖੀ ਹੋ ਜਾਵੇਂਗਾ। ਤੇਰੇ ਝੋਰੇ, ਚਿੰਤਾਵਾਂ, ਫਿਕਰ ਸਭ ਦੂਰ ਹੋ ਜਾਣਗੇ। ਤੂੰ ਸਦਾ ਹੀ ਹਰੀ ਦੇ ਨਾਲ ਰਹਿਣਾ ਕਰ, ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਰਹਿਣਾ ਕਰ। ਗੁਰੂ ਜੀ ਦੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦੇ ਹਾਂ। ਸਤਿਗੁਰੂ ਜੀ ਗੁਰ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦੇਣੀ। ਦੇਹੋ ਸੱਜਣਿਆ ਸੀ ਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।